ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਹਿਤਿਕ ਸਫ਼ਰ 'ਚ ਤੇ ਮੈਂ ਕੁਲਦੀਪ ਗਿੱਲ ਲੈ ਕੇ ਹਾਜ਼ਰ ਹਾਂ। ਰੌਬਰਟ ਟੀ ਕਿਓਸਾਕੀ ਦੇ ਅਮੀਰ ਬਣਨ ਦੇ ਸਿੱਖਿਆ ਦੇ ਸਫ਼ਰ ਦਾ ਚੌਥਾ ਸਬਕ, ਟੈਕਸ ਦਾ ਇਤਿਹਾਸ ਅਤੇ ਕਾਰਪੋਰੇਸ਼ਨਜ਼ ਦੀ ਤਾਕਤ। ਮੈਨੂੰ ਯਾਦ ਹੈ, ਸਾਨੂੰ ਸਕੂਲ 'ਚ ਰੌਬਿਨ ਹੁੱਡ ਤੇ ਉਸ ਦੀ ਸੁਖੀ ਜੁੰਡਲੀ ਦੀ ਕਹਾਣੀ ਦੱਸੀ ਗਈ ਸੀ। ਮੇਰੇ ਸਕੂਲ ਦੇ ਟੀਚਰਾਂ ਦਾ ਮੰਨਣਾ ਸੀ ਕਿ ਇਹ ਕੇਵਿਨ ਕੋਸਨਰ ਵਾਂਗ ਇੱਕ ਰੋਮਾਂਟਿਕ ਹੀਰੋ ਦੀ ਅਦਭੁਤ ਕਹਾਣੀ ਹੈ ਜੋ ਕਿ ਅਮੀਰਾਂ ਨੂੰ ਲੁੱਟਦਾ ਸੀ ਅਤੇ ਉਸ ਮਾਲ ਨੂੰ ਗਰੀਬਾਂ 'ਚ ਵੰਡ ਦਿੰਦਾ ਸੀ। ਮੇਰੇ ਅਮੀਰ ਡੈਡੀ ਦੀਆਂ ਨਜ਼ਰਾਂ ਵਿੱਚ ਰੌਬਿਨ ਹੁੱਡ ਹੀਰੋ ਨਹੀਂ ਸੀ, ਉਹ ਉਸ ਨੂੰ ਬਦਮਾਸ਼ ਮੰਨਦੇ ਸਨ। ਰੌਬਿਨ ਹੁੱਡ ਨੂੰ ਗੁਜ਼ਰਿਆਂ ਤਾਂ ਲੰਮਾ ਸਮਾਂ ਬੀਤ ਗਿਆ ਹੈ, ਪਰ ਉਸ ਦੇ ਚੇਲੇ ਅੱਜ ਵੀ ਜਿੰਦਾ ਹਨ। ਕਿੰਨੀ ਵਾਰ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ, ਇਸ ਵਾਸਤੇ ਅਮੀਰ ਲੋਕ ਪੈਸਾ ਕਿਉਂ ਨਹੀਂ ਦਿੰਦੇ, ਜਾਂ ਅਮੀਰਾਂ ਨੂੰ ਹੋਰ ਜ਼ਿਆਦਾ ਟੈਕਸ ਦੇਣਾ ਚਾਹੀਦਾ ਹੈ ਤੇ ਉਸ ਨੂੰ ਗਰੀਬਾਂ ਵਿੱਚ ਵੰਡ ਦੇਣਾ ਚਾਹੀਦਾ ਹੈ। ਅਮੀਰਾਂ ਤੋਂ ਪੈਸਾ ਲੈ ਕੇ ਗਰੀਬਾਂ ਵਿੱਚ ਵੰਡ ਦਿੱਤਾ ਜਾਵੇ। ਰੌਬਿਨ ਹੁੱਡ ਦੇ ਇਸੇ ਵਿਚਾਰ ਕਾਰਨ ਹੀ ਗਰੀਬ ਅਤੇ ਮਿਡਲ ਕਲਾਸ ਲੋਕਾਂ ਨੂੰ ਸਭ ਤੋਂ ਜ਼ਿਆਦਾ ਕਸ਼ਟ ਹੁੰਦਾ ਹੈ। ਇਸੇ ਰੌਬਿਨ ਹੁੱਡ ਆਦਰਸ਼ ਦੇ ਕਾਰਨ ਮਿਡਲ ਕਲਾਸ ਉੱਤੇ ਟੈਕਸ ਦਾ ਇੰਨਾ ਜ਼ਿਆਦਾ ਬੋਝ ਪਿਆ ਹੋਇਆ ਹੈ। ਸੱਚਾਈ ਤਾਂ ਇਹ ਹੈ ਕਿ ਅਮੀਰਾਂ 'ਤੇ ਟੈਕਸ ਲੱਗਦਾ ਹੀ ਨਹੀਂ। ਗਰੀਬਾਂ ਦੀ ਭਲਾਈ ਵਿੱਚ ਜਿਹੜਾ ਪੈਸਾ ਵਰਤਿਆ ਜਾਂਦਾ ਹੈ ਉਹ ਮਿਡਲ ਕਲਾਸ ਕੋਲੋਂ ਹੀ ਆਉਂਦਾ ਹੈ, ਖਾਸ ਕਰਕੇ ਪੜ੍ਹੇ ਲਿਖੇ ਅਤੇ ਉੱਚੀ ਆਮਦਨ ਵਾਲੇ ਮਿਡਲ ਕਲਾਸ ਕੋਲੋਂ। ਟੈਕਸ ਬਾਰੇ ਪੂਰੀ ਤਰ੍ਹਾਂ ਸਮਝਣ ਲਈ ਸਾਨੂੰ ਇਸ ਦੇ ਇਤਿਹਾਸਿਕ ਪਿਛੋਕੜ ਨੂੰ ਸਮਝਣ ਦੀ ਲੋੜ ਹੈ। ਸਾਨੂੰ ਟੈਕਸ ਦੇ ਇਤਿਹਾਸ ਨੂੰ ਜਾਣਨ ਦੀ ਲੋੜ ਹੈ। ਹਾਲਾਂਕਿ ਮੇਰੇ ਪੜ੍ਹੇ ਲਿਖੇ ਡੈਡੀ ਸਿੱਖਿਆ ਦੇ ਇਤਿਹਾਸ ਤੇ ਕਮਾਲ ਦਾ ਗਿਆਨ ਰੱਖਦੇ ਸਨ, ਪਰ ਮੇਰੇ ਅਮੀਰ ਡੈਡੀ ਟੈਕਸ ਦੇ ਇਤਿਹਾਸ ਦੇ ਮਾਹਿਰ ਸਨ। ਅਮੀਰ ਡੈਡੀ ਨੇ ਮਾਈਕ ਤੇ ਮੈਨੂੰ ਸਮਝਾਇਆ ਕਿ ਇੰਗਲੈਂਡ ਅਤੇ ਅਮਰੀਕਾ ਵਿੱਚ ਪਹਿਲਾਂ ਕੋਈ ਟੈਕਸ ਨਹੀਂ ਸਨ ਲੱਗਦੇ। ਕਦੇ-ਕਦਾਈਂ ਜੰਗ ਦੇ ਖਰਚਿਆਂ ਨੂੰ ਜੁਟਾਉਣ ਵਾਸਤੇ ਕੁਝ ਸਮੇਂ ਲਈ ਟੈਕਸ ਜ਼ਰੂਰ ਲਾ ਦਿੱਤੇ ਜਾਂਦੇ ਸਨ। ਰਾਜਾ ਜਾਂ ਪ੍ਰੈਜ਼ੀਡੈਂਟ ਮੂੰਹ ਤੋਂ ਸਿਰਫ ਕਹਿ ਦਿੰਦਾ ਤੇ ਹਰ ਆਦਮੀ ਉਸ ਦੀ ਕਹੀ ਗੱਲ ਨੂੰ ਮੰਨ ਕੇ ਆਪਣਾ ਸਹਿਯੋਗ ਦੇ ਦਿੰਦਾ ਸੀ। ਬ੍ਰਿਟੇਨ ਵਿੱਚ 1799 ਤੋਂ 1816 ਦੇ ਵਿਚਕਾਰ ਨੈਪੋਲੀਅਨ ਨਾਲ ਜੰਗ ਵੇਲੇ ਟੈਕਸ ਲਾਇਆ ਗਿਆ ਤੇ ਅਮਰੀਕਾ ਵਿੱਚ 1861 ਤੋਂ 1865 ਦੇ ਵਿਚਕਾਰ ਹੋਏ ਸਿਵਲ ਵਾਰ ਦੇ ਖਰਚਿਆਂ ਨੂੰ ਜੁਟਾਉਣ ਵਾਸਤੇ ਟੈਕਸ ਲਾਇਆ ਗਿਆ ਸੀ। 1874 'ਚ ਇੰਗਲੈਂਡ ਨੇ ਇਨਕਮ ਟੈਕਸ ਆਪਣੇ ਨਾਗਰਿਕਾਂ ਉੱਤੇ ਸਥਾਈ ਤੌਰ ਤੇ ਲਾਗੂ ਕਰ ਦਿੱਤਾ। ਸੰਵਿਧਾਨ ਦੇ 16ਵੇਂ ਅਮੈਂਡਮੈਂਟ ਨਾਲ ਅਮਰੀਕਾ ਵਿੱਚ ਵੀ ਇਨਕਮ ਟੈਕਸ ਸਥਾਈ ਤੌਰ ਤੇ ਲਾਗੂ ਹੋ ਗਿਆ। ਇਹ ਸਮਾਂ ਸੀ ਜਦੋਂ ਅਮਰੀਕੀ ਲੋਕ ਟੈਕਸ ਵਿਰੋਧੀ ਹੋਇਆ ਕਰਦੇ ਸਨ। ਚਾਹ ਉੱਤੇ ਬਹੁਤ ਜ਼ਿਆਦਾ ਟੈਕਸ ਲੱਗਣ ਦੇ ਕਾਰਨ ਹੀ ਬੋਸਟਨ ਹਾਰਬਰ ਤੇ ਪ੍ਰਸਿੱਧ ਚਾਹ ਪਾਰਟੀ ਦੀ ਘਟਨਾ ਹੋਈ ਸੀ, ਜਿਸ ਨਾਲ ਕ੍ਰਾਂਤੀਕਾਰੀ ਜੰਗ ਨੂੰ ਤਾਕਤ ਮਿਲੀ। ਇੰਗਲੈਂਡ ਤੇ ਅਮਰੀਕਾ ਦੋਨਾਂ ਨੂੰ ਹੀ ਨਿਯਮਤ ਇਨਕਮ ਟੈਕਸ ਦੇ ਵਿਚਾਰ ਨੂੰ ਲੋਕਾਂ ਦੇ ਗਲੇ ਥੱਲੋਂ ਲਾਉਣ ਲਈ ਤਕਰੀਬਨ 50 ਸਾਲਾਂ ਦਾ ਸਮਾਂ ਲੱਗ ਗਿਆ। ਇਨ੍ਹਾਂ ਇਤਿਹਾਸਿਕ ਤਾਰੀਖਾਂ ਤੋਂ ਸਾਨੂੰ ਇਹ ਪਤਾ ਨਹੀਂ ਚੱਲ ਪਾਉਂਦਾ ਕਿ ਦੋਵੇਂ ਹੀ ਮਾਮਲਿਆਂ ਵਿੱਚ ਟੈਕਸ ਸ਼ੁਰੂਆਤ ਵਿੱਚ ਕੇਵਲ ਅਮੀਰਾਂ ਉੱਤੇ ਹੀ ਲਾਏ ਗਏ ਸਨ। ਅਮੀਰ ਡੈਡੀ ਚਾਹੁੰਦੇ ਸਨ ਕਿ ਮਾਈਕ ਅਤੇ ਮੈਂ ਇਸ ਗੱਲ ਨੂੰ ਕਦੀ ਨਾ ਭੁੱਲੀਏ। ਉਹਨਾਂ ਨੇ ਸਪਸ਼ਟ ਕੀਤਾ ਕਿ ਟੈਕਸ ਦਾ ਵਿਚਾਰ ਲੋਕਪ੍ਰਿਯ ਬਣਿਆ ਤੇ ਜ਼ਿਆਦਾਤਰ ਲੋਕਾਂ ਨੇ ਉਸ ਨੂੰ ਸਿਰਫ ਇਸ ਵਾਸਤੇ ਮੰਨਿਆ ਕਿਉਂਕਿ ਉਹਨਾਂ ਨੂੰ ਇਹ ਦੱਸਿਆ ਗਿਆ ਸੀ ਕਿ ਟੈਕਸ ਅਮੀਰਾਂ ਨੂੰ ਸਜ਼ਾ ਦੇਣ ਲਈ ਅਤੇ ਮਿਡਲ ਕਲਾਸ ਅਤੇ ਗਰੀਬਾਂ ਦੀ ਸਹਾਇਤਾ ਕਰਨ ਦਾ ਸਾਧਨ ਹੈ। ਇਸੇ ਕਾਰਨ ਜਨਤਾ ਨੇ ਟੈਕਸ ਕਾਨੂੰਨ ਦੇ ਸਮਰਥਨ ਵਿੱਚ ਵੋਟ ਦਿੱਤੇ ਅਤੇ ਇਹ ਲਾਅ ਬਣ ਗਿਆ। ਹਾਲਾਂਕਿ ਇਸ ਦਾ ਮਕਸਦ ਅਮੀਰਾਂ ਨੂੰ ਦੰਡ ਦੇਣਾ ਹੈ, ਪਰ ਦਰਅਸਲ ਇਹ ਉਹਨਾਂ ਲੋਕਾਂ ਨੂੰ ਦੰਡ ਦਿੰਦਾ ਹੈ ਜਿਨ੍ਹਾਂ ਨੇ ਇਸ ਦਾ ਸਮਰਥਨ ਕੀਤਾ, ਯਾਨੀ ਗਰੀਬ ਅਤੇ ਮਿਡਲ ਕਲਾਸ ਨੂੰ। ਇੱਕ ਵਾਰ ਸਰਕਾਰ ਨੇ ਪੈਸਿਆਂ ਦਾ ਸਵਾਦ ਚੱਖ ਲਿਆ ਤਾਂ ਉਸ ਦੀ ਭੁੱਖ ਵੱਧਦੀ ਚਲੀ ਗਈ। ਅਮੀਰ ਡੈਡੀ ਨੇ ਕਿਹਾ, ਤੁਹਾਡੇ ਡੈਡੀ ਤੇ ਮੈਂ ਪੂਰੀ ਤਰ੍ਹਾਂ ਵਿਰੋਧੀ ਹਾਂ। ਉਹ ਇੱਕ ਸਰਕਾਰੀ ਬਿਊਰੋਕਰੇਟ ਹਨ ਅਤੇ ਮੈਂ ਇੱਕ ਪੂੰਜੀਪਤੀ। ਸਾਡੇ ਉਲਟ ਵਿਵਹਾਰ ਦੇ ਕਾਰਨ ਹੀ ਪੈਸੇ ਮਿਲਦੇ ਹਨ ਅਤੇ ਸਾਡੀ ਸਫਲਤਾ ਵੱਖ-ਵੱਖ ਮਾਪਦੰਡਾਂ ਉੱਤੇ ਮਾਪੀ ਜਾਂਦੀ ਹੈ। ਉਹਨਾਂ ਨੂੰ ਪੈਸਾ ਖਰਚਣ ਤੇ ਲੋਕਾਂ ਨੂੰ ਕੰਮ ਦੇਣ ਵਾਸਤੇ ਪੈਸੇ ਦਿੱਤੇ ਜਾਂਦੇ ਹਨ। ਉਹ ਜਿੰਨਾ ਜ਼ਿਆਦਾ ਖਰਚਾ ਕਰਦੇ ਹਨ ਅਤੇ ਜਿੰਨੇ ਜ਼ਿਆਦਾ ਲੋਕਾਂ ਨੂੰ ਕੰਮ ਉੱਤੇ ਰੱਖਦੇ ਹਨ, ਉਹਨਾਂ ਦਾ ਸੰਗਠਨ ਉਨਾ ਹੀ ਵੱਡਾ ਹੁੰਦਾ ਜਾਂਦਾ ਹੈ। ਸਰਕਾਰ 'ਚ ਜਿੰਨਾ ਜ਼ਿਆਦਾ ਵੱਡਾ ਸੰਗਠਨ ਜਾਂ ਆਰਗੇਨਾਈਜੇਸ਼ਨ ਹੁੰਦਾ ਹੈ, ਉਨਾ ਹੀ ਜ਼ਿਆਦਾ ਸਨਮਾਨ ਉਹਨਾਂ ਨੂੰ ਦਿੱਤਾ ਜਾਂਦਾ ਹੈ। ਦੂਜੇ ਪਾਸੇ ਮੇਰੇ ਆਰਗੇਨਾਈਜੇਸ਼ਨ ਵਿੱਚ ਮੈਂ ਜਿੰਨੇ ਘੱਟ ਲੋਕਾਂ ਨੂੰ ਰੱਖਾਂ ਤੇ ਜਿੰਨੇ ਘੱਟ ਪੈਸੇ ਖਰਚ ਕਰਾਂ, ਮੇਰੇ ਨਿਵੇਸ਼ਕ ਮੇਰਾ ਉਨਾ ਜ਼ਿਆਦਾ ਸਨਮਾਨ ਕਰਦੇ ਹਨ। ਇਸ ਲਈ ਮੈਂ ਸਰਕਾਰੀ ਵਿਅਕਤੀਆਂ ਨੂੰ ਪਸੰਦ ਨਹੀਂ ਕਰਦਾ। ਉਹਨਾਂ ਦੇ ਨਿਸ਼ਾਨੇ ਬਿਜ਼ਨਸ ਦੇ ਜ਼ਿਆਦਾਤਰ ਲੋਕਾਂ ਤੋਂ ਹਟ ਕੇ ਹੁੰਦੇ ਹਨ। ਜਿਵੇਂ-ਜਿਵੇਂ ਸਰਕਾਰ ਦੇ ਵਰਕਰ ਵੱਧਦੇ ਹਨ, ਉਹਨਾਂ ਨੂੰ ਤਨਖਾਹ ਦੇਣ ਵਾਸਤੇ ਉਨੇ ਹੀ ਜ਼ਿਆਦਾ ਟੈਕਸਾਂ ਦੀ ਲੋੜ ਹੁੰਦੀ ਹੈ। ਮੇਰੇ ਪੜ੍ਹੇ ਲਿਖੇ ਡੈਡੀ ਇਸ ਗੱਲ ਤੇ ਭਰੋਸਾ ਕਰਦੇ ਸਨ ਕਿ ਸਰਕਾਰ ਨੂੰ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਹ ਜੌਨ ਐਫ ਕੈਨੇਡੀ ਨਾਲ ਪਿਆਰ ਕਰਦੇ ਸਨ ਤੇ ਖਾਸ ਕਰਕੇ ਉਹਨਾਂ ਦੇ ਪੀਸ ਕਾਰਪਸ ਦੇ ਵਿਚਾਰ ਕਾਰਨ। ਉਹ ਇਸ ਵਿਚਾਰ ਨੂੰ ਇੰਨਾ ਜ਼ਿਆਦਾ ਚਾਹੁੰਦੇ ਸਨ ਕਿ ਉਹ ਅਤੇ ਮੇਰੀ ਮਾਂ ਦੋਵੇਂ ਹੀ ਪੀਸ ਕਾਰਪਸ ਦੇ ਲਈ ਕੰਮ ਕਰਦੇ ਸਨ ਅਤੇ ਮਲੇਸ਼ੀਆ, ਥਾਈਲੈਂਡ ਤੇ ਫਿਲੀਪੀਨਜ਼ ਜਾਣ ਵਾਲੇ ਵਾਲੰਟੀਅਰ ਨੂੰ ਟ੍ਰੇਨਡ ਕਰਿਆ ਕਰਦੇ ਸਨ। ਉਹ ਹਮੇਸ਼ਾ ਵਾਧੂ ਸਬਸਿਡੀ ਤੇ ਬਜਟ ਵਿੱਚ ਵਾਧੇ ਦੀਆਂ ਕੋਸ਼ਿਸ਼ਾਂ ਕਰਦੇ ਸਨ ਤਾਂ ਜੋ ਜ਼ਿਆਦਾ ਲੋਕਾਂ ਨੂੰ ਭਰਤੀ ਕਰ ਸਕਣ। ਇਸ ਤਰ੍ਹਾਂ ਉਹ ਆਪਣੀ ਸਿੱਖਿਆ ਵਿਭਾਗ ਦੀ ਨੌਕਰੀ 'ਚ ਵੀ ਕਰਦੇ ਸਨ ਤੇ ਪੀਸ ਕਾਰਪਸ ਵਿੱਚ ਵੀ। ਇਹ ਉਹਨਾਂ ਦਾ ਕੰਮ ਸੀ।
ਜਦੋਂ ਮੈਂ 10 ਸਾਲ ਦਾ ਸੀ ਤਦੋਂ ਹੀ ਮੈਂ ਆਪਣੇ ਅਮੀਰ ਡੈਡੀ ਤੋਂ ਇਹ ਸੁਣਦਾ ਆਇਆ ਹਾਂ ਕਿ ਸਰਕਾਰੀ ਵਰਕਰ ਆਲਸੀ ਚੋਰਾਂ ਦੀ ਜੁੰਡਲੀ ਹੈ, ਅਤੇ ਮੇਰੇ ਗਰੀਬ ਡੈਡੀ ਤੋਂ ਮੈਂ ਇਹ ਸੁਣਦਾ ਰਿਹਾ ਹਾਂ ਕਿ ਅਮੀਰ ਲੋਕ ਲਾਲਚੀ ਤੇ ਬਦਮਾਸ਼ ਹੁੰਦੇ ਹਨ, ਜਿਨ੍ਹਾਂ ਉੱਤੇ ਸਰਕਾਰ ਨੂੰ ਜ਼ਿਆਦਾ ਟੈਕਸ ਲਾਉਣਾ ਚਾਹੀਦਾ ਹੈ। ਦੋਨਾਂ ਹੀ ਵਿਚਾਰਾਂ ਦੇ ਹੱਕ ਵਿੱਚ ਤਰਕ ਦਿੱਤੇ ਜਾ ਸਕਦੇ ਹਨ। ਮੇਰੇ ਲਈ ਬੜਾ ਮੁਸ਼ਕਿਲ ਸੀ, ਕਿਉਂਕਿ ਇੱਕ ਪਾਸੇ ਤਾਂ ਮੈਂ ਸ਼ਹਿਰ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ ਲਈ ਕੰਮ ਕਰਦਾ ਸੀ, ਅਤੇ ਦੂਜੇ ਪਾਸੇ ਜਦੋਂ ਮੈਂ ਆਪਣੇ ਘਰ ਆਉਂਦਾ ਸੀ ਤਾਂ ਉੱਥੇ ਮੇਰੇ ਉਹ ਡੈਡੀ ਹੁੰਦੇ ਸਨ ਜਿਹੜੇ ਇੱਕ ਪ੍ਰਸਿੱਧ ਸਰਕਾਰੀ ਨੇਤਾ ਸਨ। ਇਹ ਤੈਅ ਕਰਨਾ ਸੌਖਾ ਨਹੀਂ ਸੀ ਕਿ ਕੌਣ ਸਹੀ ਬੋਲ ਰਿਹਾ ਹੈ ਅਤੇ ਕਿਸ ਦੀ ਗੱਲ ਉੱਤੇ ਮੈਨੂੰ ਭਰੋਸਾ ਕਰਨਾ ਚਾਹੀਦਾ ਹੈ। ਪਰ ਜਦੋਂ ਤੁਸੀਂ ਟੈਕਸ ਦੀ ਹਿਸਟਰੀ ਦੀ ਸਟੱਡੀ ਕਰਦੇ ਹੋ ਤਾਂ ਇੱਕ ਦਿਲਚਸਪ ਪਹਿਲੂ ਸਾਹਮਣੇ ਆਉਂਦਾ ਹੈ। ਜਿਵੇਂ ਮੈਂ ਕਿਹਾ ਕਿ ਟੈਕਸਾਂ ਦਾ ਲਾਗੂ ਹੋਣਾ ਸਿਰਫ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਲੋਕਾਂ ਨੂੰ ਰੋਬਿਨਹੁੱਡ ਦੇ ਅਰਥਸ਼ਾਸਤਰੀ ਸਿਧਾਂਤ ਉੱਤੇ ਭਰੋਸਾ ਸੀ, ਜਿਸ ਰਾਹੀਂ ਅਮੀਰਾਂ ਕੋਲੋਂ ਟੈਕਸ ਲੈ ਕੇ ਉਸਨੂੰ ਬਾਕੀ ਸਾਰਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ। ਸਮੱਸਿਆ ਇਹ ਸੀ ਕਿ ਸਰਕਾਰ ਦੀ ਪੈਸਿਆਂ ਦੀ ਭੁੱਖ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਛੇਤੀ ਹੀ ਮਿਡਲ ਕਲਾਸ ਤੇ ਵੀ ਟੈਕਸ ਲਾਉਣ ਦੀ ਨੌਬਤ ਆ ਗਈ, ਤੇ ਉੱਥੋਂ ਹੌਲੀ-ਹੌਲੀ ਟੈਕਸ ਦਾ ਭਾਰ ਹੇਠਾਂ ਵੱਲ ਆਉਂਦਾ ਗਿਆ। ਦੂਜੇ ਪਾਸੇ ਅਮੀਰਾਂ ਨੇ ਇਸ ਨੂੰ ਇੱਕ ਮੌਕੇ ਵਾਂਗ ਦੇਖਿਆ। ਉਹ ਉਹਨਾਂ ਅਸੂਲਾਂ ਨਾਲ ਨਹੀਂ ਖੇਡਦੇ ਹਨ ਜਿਨ੍ਹਾਂ ਨਾਲ ਜਨਤਾ ਖੇਡਦੀ ਹੈ। ਜਿਵੇਂ ਮੈਂ ਦੱਸਿਆ ਹੈ, ਅਮੀਰ ਪਹਿਲਾਂ ਤੋਂ ਹੀ ਕਾਰਪੋਰੇਸ਼ਨਾਂ ਬਾਰੇ ਜਾਣਦੇ ਸਨ, ਜਿਹੜੇ ਪਾਣੀ ਦੇ ਜਹਾਜ਼ਾਂ ਦੇ ਜ਼ਮਾਨੇ ਵਿੱਚ ਪ੍ਰਸਿੱਧ ਹੋਏ। ਅਮੀਰਾਂ ਨੇ ਹਰ ਸਮੁੰਦਰੀ ਯਾਤਰਾ ਦੀ ਸੰਪੱਤੀ ਦੇ ਰਿਸਕ ਨੂੰ ਸੀਮਤ ਕਰਨ ਵਾਸਤੇ ਕਾਰਪੋਰੇਸ਼ਨ ਦਾ ਇਸਤੇਮਾਲ ਕੀਤਾ। ਅਮੀਰ ਲੋਕ ਹਰ ਸਮੁੰਦਰੀ ਯਾਤਰਾ ਦੇ ਵਾਸਤੇ ਪੈਸਾ ਜੁਟਾਉਣ ਲਈ ਕਾਰਪੋਰੇਸ਼ਨ ਵਿੱਚ ਆਪਣਾ ਪੈਸਾ ਲਾਉਂਦੇ ਸਨ। ਫਿਰ ਇਹ ਕਾਰਪੋਰੇਸ਼ਨ ਨਿਊ ਵਰਲਡ ਵਿੱਚ ਖਜ਼ਾਨੇ ਦੀ ਭਾਲ ਕਰਨ ਲਈ ਜਹਾਜ਼ੀ ਮਲਾਹਾਂ ਨੂੰ ਭਰਤੀ ਕਰਦੇ ਸਨ। ਜੇਕਰ ਜਹਾਜ਼ ਡੁੱਬ ਜਾਂਦਾ ਤਾਂ ਇਹਨਾਂ ਮਲਾਹਾਂ ਦੀ ਜਾਨ ਚਲੀ ਜਾਂਦੀ ਸੀ, ਪਰ ਅਮੀਰ ਲੋਕਾਂ ਨੂੰ ਸਿਰਫ ਇੰਨਾ ਹੀ ਨੁਕਸਾਨ ਹੁੰਦਾ ਕਿ ਉਹਨਾਂ ਦਾ ਉਹ ਪੈਸਾ ਡੁੱਬ ਜਾਂਦਾ ਜਿਹੜਾ ਉਹਨਾਂ ਨੇ ਇਸ ਸਮੁੰਦਰੀ ਯਾਤਰਾ ਦੇ ਲਈ ਦਿੱਤਾ ਸੀ। ਇਸ ਕਨਸੈਪਟ ਨੂੰ ਥੋੜਾ ਹੋਰ ਐਕਸਪਲੇਨ ਕਰ ਦਿੰਦੇ ਹਾਂ। ਤੁਸੀਂ ਭਾਰਤ ਵਿੱਚ ਪਬਲਿਕ ਲਿਮਟਿਡ ਕੰਪਨੀਜ਼ ਦਾ ਨਾਮ ਸੁਣਿਆ ਹੋਵੇਗਾ। ਇਸ ਵਿੱਚ ਲਿਮਟਿਡ ਸ਼ਬਦ ਦਾ ਅਰਥ ਅਸੀਂ ਇੱਕ ਉਦਾਹਰਣ ਨਾਲ ਸਮਝਦੇ ਹਾਂ। ਮੰਨ ਲਓ ਤੁਸੀਂ ਇੱਕ ਲਿਮਟਿਡ ਕੰਪਨੀ ਨਹੀਂ ਖੋਲ੍ਹਦੇ ਅਤੇ ਨਾਰਮਲੀ ਬਿਜ਼ਨਸ ਕਰਦੇ ਹੋ, ਅਤੇ ਇਸ ਕੇਸ 'ਚ ਜੇਕਰ ਤੁਹਾਡੇ ਕੋਲੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ, ਯਾਨੀ ਅਣਜਾਣੇ 'ਚ ਕੰਮ ਕਰਦੇ ਸਮੇਂ ਤੁਹਾਡੇ ਕਿਸੇ EMPLOYEE ਦੀ ਮੌਤ ਹੋ ਜਾਂਦੀ ਹੈ, ਤਾਂ ਇਸ ਕੇਸ 'ਚ ਤੁਹਾਡੀ ਪਰਸਨਲ ਪ੍ਰਾਪਰਟੀ ਯਾਨੀ ਕਿ ਤੁਹਾਡਾ ਘਰ ਵੀ ਉਸ ਨੂੰ ਮੁਆਵਜ਼ਾ ਦੇਣ ਦੇ ਲਈ ਵਿਕ ਸਕਦਾ ਹੈ। ਪਰ ਜੇਕਰ ਤੁਸੀਂ ਇੱਕ ਲਿਮਟਿਡ ਲਾਇਬਿਲਿਟੀ ਕੰਪਨੀ ਖੋਲ੍ਹਦੇ ਹੋ ਤਾਂ ਮੈਕਸਿਮਮ ਲਾਸ ਜਾਂ ਵੱਧ ਤੋਂ ਵੱਧ ਨੁਕਸਾਨ ਜੋ ਤੁਹਾਡਾ ਹੋ ਸਕਦਾ ਹੈ ਉਹ ਤੁਹਾਡੀ ਬਿਜ਼ਨਸ ਦੀ ਇਨਵੈਸਟਮੈਂਟ ਹੈ। ਯਾਨੀ ਕਿ ਜੇਕਰ ਤੁਸੀਂ 10 ਲੱਖ ਰੁਪਏ ਬਿਜ਼ਨਸ 'ਚ ਇਨਵੈਸਟ ਕੀਤੇ ਹੋਏ ਹਨ ਤਾਂ ਤੁਹਾਡੇ ਕੋਲੋਂ 10 ਲੱਖ ਰੁਪਏ ਹੀ ਮੈਕਸਿਮਮ ਲਏ ਜਾ ਸਕਦੇ ਹਨ। ਮਤਲਬ ਤੁਹਾਡੀ ਲਾਇਬਿਲਿਟੀ ਲਿਮਟਿਡ ਹੈ। ਅਮੀਰ ਲੋਕ ਕਿਸ ਤਰ੍ਹਾਂ ਦੀ ਖੇਡ ਖੇਡਦੇ ਹਨ? ਕਾਰਪੋਰੇਸ਼ਨ ਦੇ ਕਾਨੂੰਨੀ ਢਾਂਚੇ ਯਾਨੀ ਲੀਗਲ ਫਰੇਮਵਰਕ ਦੀ ਨੌਲੇਜ ਦੀ ਵਜ੍ਹਾ ਨਾਲ ਅਮੀਰਾਂ ਨੂੰ ਗਰੀਬਾਂ ਤੇ ਮਿਡਲ ਕਲਾਸ ਲੋਕਾਂ ਦੀ ਤੁਲਨਾ 'ਚ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ। ਮੈਨੂੰ 2 ਡੈਡੀਆਂ ਨੇ ਸਿਖਾਇਆ ਸੀ, ਜਿਨ੍ਹਾਂ ਵਿੱਚੋਂ ਇੱਕ ਸੋਸ਼ਲਿਸਟ ਜਾਂ ਸਮਾਜਵਾਦੀ ਸਨ ਅਤੇ ਦੂਜੇ ਕੈਪੀਟਲਿਸਟ ਯਾਨੀ ਕਿ ਪੂੰਜੀਵਾਦੀ। ਮੈਨੂੰ ਛੇਤੀ ਹੀ ਇਹ ਮਹਿਸੂਸ ਹੋਇਆ ਕਿ ਪੂੰਜੀਪਤੀਆਂ 'ਚ ਪੈਸਿਆਂ ਦੀ ਜ਼ਿਆਦਾ ਸਮਝ ਹੁੰਦੀ ਹੈ। ਮੈਨੂੰ ਇਸ ਤਰ੍ਹਾਂ ਲੱਗਿਆ ਕਿ ਪੈਸਿਆਂ ਦੀ ਨਾਸਮਝੀ ਦੇ ਕਾਰਨ ਸਮਾਜਵਾਦੀ ਆਖਿਰਕਾਰ ਆਪਣੇ ਆਪ ਨੂੰ ਹੀ ਸਜ਼ਾ ਦਿੰਦੇ ਹਨ। ਅਮੀਰ ਤੋਂ ਵਸੂਲੋ ਦਾ ਨਾਅਰਾ ਲਗਾਉਣ ਵਾਲੀ ਭੀੜ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਅਮੀਰ ਲੋਕ ਉਹਨਾਂ ਤੋਂ ਜਿੱਤਣ ਦਾ ਰਾਹ ਲੱਭ ਹੀ ਲੈਂਦੇ ਹਨ। ਇਸੇ ਕਾਰਨ ਟੈਕਸ ਆਖਿਰਕਾਰ ਮਿਡਲ ਕਲਾਸ ਉੱਤੇ ਲੱਗਦਾ ਹੈ। ਅਮੀਰਾਂ ਨੇ ਬੁੱਧੀਜੀਵੀਆਂ ਨੂੰ ਆਪਣੀ ਬੁੱਧੀ ਨਾਲ ਹਰਾ ਦਿੱਤਾ, ਸਿਰਫ ਇਸੇ ਕਾਰਨ ਕਿਉਂਕਿ ਉਹ ਪੈਸਿਆਂ ਦੀ ਤਾਕਤ ਨੂੰ ਜਾਣਦੇ ਸਨ ਤੇ ਇਹ ਵਿਸ਼ਾ ਸਕੂਲਾਂ ਵਿੱਚ ਨਹੀਂ ਸੀ ਪੜ੍ਹਾਇਆ ਜਾਂਦਾ। ਅਮੀਰ ਲੋਕਾਂ ਨੇ ਬੁੱਧੀਜੀਵੀਆਂ ਨੂੰ ਕਿਵੇਂ ਹਰਾਇਆ? ਇੱਕ ਵਾਰ ਅਮੀਰਾਂ ਤੋਂ ਵਸੂਲੋ ਦਾ ਕਾਨੂੰਨ ਪਾਸ ਹੋਇਆ ਤਾਂ ਸਰਕਾਰ ਦੀ ਤਿਜੋਰੀ ਵਿੱਚ ਪੈਸਾ ਆਉਣ ਲੱਗਾ। ਪਹਿਲਾਂ ਤਾਂ ਲੋਕ ਇਸ ਗੱਲ ਤੋਂ ਖੁਸ਼ ਹੋਏ। ਇਹ ਪੈਸਾ ਸਰਕਾਰੀ ਕਰਮਚਾਰੀਆਂ ਤੇ ਅਮੀਰਾਂ ਨੂੰ ਦਿੱਤਾ ਜਾਣ ਲੱਗਾ। ਸਰਕਾਰੀ ਕਰਮਚਾਰੀਆਂ ਕੋਲ ਇਹ ਪੈਸਾ ਨੌਕਰੀਆਂ ਅਤੇ ਪੈਨਸ਼ਨ ਦੇ ਰੂਪ 'ਚ ਗਿਆ। ਅਮੀਰਾਂ ਨੂੰ ਇਹ ਪੈਸਾ ਉਹਨਾਂ ਦੀਆਂ ਫੈਕਟਰੀਆਂ ਦੇ ਜ਼ਰੀਏ ਮਿਲੇ ਸਰਕਾਰੀ ਕੰਸਟਰਕਸ਼ਨ ਤੋਂ ਆਇਆ। ਸਰਕਾਰ ਕੋਲ ਢੇਰ ਸਾਰੇ ਪੈਸੇ ਸਨ, ਪਰ ਉਹਨਾਂ ਪੈਸਿਆਂ ਦੀ ਮੈਨੇਜਮੈਂਟ ਦੀ ਸਮੱਸਿਆ ਸੀ। ਉਹਨਾਂ ਵਿੱਚ ਕੋਈ ਰੀਸਰਕੂਲੇਸ਼ਨ ਨਹੀਂ ਸੀ। ਦੂਜੇ ਸ਼ਬਦਾਂ 'ਚ ਸਰਕਾਰੀ ਪਾਲਿਸੀ ਵਿੱਚ ਜੇਕਰ ਤੁਸੀਂ ਇੱਕ ਸਰਕਾਰੀ ਬਿਊਰੋਕਰੇਟ ਹੋ ਤਾਂ ਤੁਸੀਂ ਪੈਸਾ ਬਚਾਉਣਾ ਪਸੰਦ ਨਹੀਂ ਕਰਦੇ। ਜੇਕਰ ਤੁਸੀਂ ਆਪਣੇ ਲਈ ਨਿਰਧਾਰਤ ਫੰਡ ਨੂੰ ਖਰਚ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਅਗਲੇ ਬਜਟ ਵਿੱਚ ਉਨੀ ਰਕਮ ਨਹੀਂ ਮਿਲੇਗੀ ਤੇ ਨਿਸ਼ਚਿਤ ਤੌਰ ਤੇ ਤੁਹਾਨੂੰ ਕਾਬਿਲ ਨਹੀਂ ਮੰਨਿਆ ਜਾਵੇਗਾ। ਦੂਜੇ ਪਾਸੇ ਬਿਜ਼ਨਸ 'ਚ ਪੈਸੇ ਬਚਾਉਣ ਵਾਸਤੇ ਇਨਾਮ ਮਿਲਦਾ ਹੈ ਤੇ ਇੰਜ ਕਰਨ ਨਾਲ ਤੁਹਾਨੂੰ ਕਾਬਿਲ ਮੰਨਿਆ ਜਾਂਦਾ ਹੈ। ਜਦੋਂ ਤਾਈਂ ਵੱਧਦੇ ਹੋਏ ਸਰਕਾਰੀ ਖਰਚਿਆਂ ਦਾ ਇਹ ਚੱਕਰ ਚੱਲਦਾ ਰਿਹਾ, ਪੈਸੇ ਦੀ ਮੰਗ ਵਧੀ ਅਤੇ ਅਮੀਰਾਂ ਤੋਂ ਟੈਕਸ ਵਸੂਲੋ ਦੇ ਵਿਚਾਰਾਂ ਅੰਦਰ ਹੁਣ ਘੱਟ ਅਮੀਰ ਲੋਕਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਅਤੇ ਇਸ ਤਰ੍ਹਾਂ ਸਰਕਾਰ ਇੰਨੀ ਹੇਠਾਂ ਆ ਗਈ ਕਿ ਉਹ ਗਰੀਬ ਅਤੇ ਮਿਡਲ ਕਲਾਸ ਲੋਕਾਂ ਨੂੰ ਵੀ ਟੈਕਸ ਦੇ ਦਾਇਰੇ ਵਿੱਚ ਲੈ ਆਈ, ਜਿਨ੍ਹਾਂ ਨੇ ਇਸ ਦੇ ਲਈ ਵੋਟ ਦਿੱਤੇ ਸਨ। ਸੱਚੇ ਪੂੰਜੀਪਤੀਆਂ ਨੇ ਬਚਣ ਦਾ ਤਰੀਕਾ ਲੱਭਣ ਲਈ ਆਪਣੀ ਪੈਸਿਆਂ ਦੀ ਸਮਝ ਦਾ ਇਸਤੇਮਾਲ ਕੀਤਾ
ਉਹ ਕਾਰਪੋਰੇਸ਼ਨ ਦੀ ਸੁਰੱਖਿਆ ਵਿੱਚ ਚਲੇ ਗਏ, ਯਾਨੀ ਕਿ ਉਹ ਪ੍ਰਾਈਵੇਟ ਲਿਮਟਿਡ ਕੰਪਨੀਆਂ ਖੋਲ੍ਹਣ ਲੱਗ ਪਈ, ਜਿਸ ਦੇ ਲਈ ਟੈਕਸ ਰੂਲ ਵੱਖਰੇ ਸਨ। ਕਾਰਪੋਰੇਸ਼ਨ ਅਮੀਰ ਲੋਕਾਂ ਨੂੰ ਸੁਰੱਖਿਆ ਦਿੰਦਾ ਹੈ, ਪਰ ਕਈ ਲੋਕ ਜਿਨ੍ਹਾਂ ਨੇ ਕਾਰਪੋਰੇਸ਼ਨ ਨਹੀਂ ਬਣਾਇਆ ਉਹ ਇਹ ਨਹੀਂ ਜਾਣਦੇ ਕਿ ਕਾਰਪੋਰੇਸ਼ਨ ਵਰਗੀ ਵੀ ਕੋਈ ਚੀਜ਼ ਹੁੰਦੀ ਹੈ। ਜ਼ਿਆਦਾਤਰ ਲੋਕ ਕੰਪਨੀ ਯਾਨੀ ਕਾਰਪੋਰੇਸ਼ਨ ਨੂੰ ਇੱਕ ਵੱਡੀ ਬਿਲਡਿੰਗ ਸਮਝਦੇ ਹਨ, ਪਰ ਕਾਰਪੋਰੇਸ਼ਨ ਤਾਂ ਸਿਰਫ ਫਾਈਲ ਦਾ ਇੱਕ ਫੋਲਡਰ ਹੁੰਦਾ ਹੈ ਜਿਸ ਵਿੱਚ ਕੁਝ ਲੀਗਲ ਡਾਕੂਮੈਂਟ ਲੱਗੇ ਹੁੰਦੇ ਹਨ ਤੇ ਜੋ ਸਟੇਟ ਗਵਰਨਮੈਂਟ ਦੀ ਏਜੰਸੀ ਵਿੱਚ ਰਜਿਸਟਰ ਹੋ ਕੇ ਕਿਸੇ ਵਕੀਲ ਦੇ ਦਫ਼ਤਰ 'ਚ ਰੱਖਿਆ ਹੁੰਦਾ ਹੈ। ਇਹ ਕੋਈ ਵੱਡੀ ਬਿਲਡਿੰਗ ਨਹੀਂ ਹੁੰਦੀ ਜਿਸ ਦੇ ਬਾਹਰ ਕਾਰਪੋਰੇਸ਼ਨ ਦਾ ਨਾਮ ਲਿਖਿਆ ਹੁੰਦਾ ਹੈ। ਇਹ ਕੋਈ ਫੈਕਟਰੀ ਜਾਂ ਲੋਕਾਂ ਦਾ ਗਰੁੱਪ ਵੀ ਨਹੀਂ ਹੁੰਦਾ। ਕਾਰਪੋਰੇਸ਼ਨ ਕੇਵਲ ਇੱਕ ਕਾਨੂੰਨੀ ਦਸਤਾਵੇਜ਼ ਹੈ ਜਿਹੜਾ ਇੱਕ ਇਹੋ ਜਿਹੇ ਕਾਨੂੰਨੀ ਸਰੀਰ ਨੂੰ ਬਣਾ ਦਿੰਦਾ ਹੈ ਜਿਸ ਦੀ ਕੋਈ ਆਤਮਾ ਨਹੀਂ ਹੁੰਦੀ। ਅਮੀਰਾਂ ਦੀ ਸੰਪत्ति ਇੱਕ ਵਾਰੀ ਫਿਰ ਸੁਰੱਖਿਅਤ ਹੋ ਗਈ। ਇੱਕ ਵਾਰ ਫਿਰ ਕਾਰਪੋਰੇਸ਼ਨ ਦਾ ਇਸਤੇਮਾਲ ਪ੍ਰਸਿੱਧ ਹੋ ਗਿਆ। ਇਹ ਸਥਾਈ ਇਨਕਮ ਟੈਕਸ ਕਾਨੂੰਨਾਂ ਦੇ ਪਾਸ ਹੋ ਜਾਣ ਤੋਂ ਬਾਅਦ ਹੋਇਆ, ਕਿਉਂਕਿ ਕਾਰਪੋਰੇਸ਼ਨ ਦੇ ਲਈ ਇਨਕਮ ਟੈਕਸ ਦੀ ਦਰ ਨਿੱਜੀ ਇਨਕਮ ਟੈਕਸ ਦੀ ਦਰ ਤੋਂ ਘੱਟ ਸੀ। ਇਸ ਤੋਂ ਇਲਾਵਾ, ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਕਾਰਪੋਰੇਸ਼ਨ ਦੁਆਰਾ ਕੁਝ ਖਰਚੇ ਟੈਕਸ ਚੁਕਾਉਣ ਤੋਂ ਪਹਿਲਾਂ ਵੀ ਕੀਤੇ ਜਾ ਸਕਦੇ ਹਨ। ਅਮੀਰਾਂ ਅਤੇ ਗਰੀਬਾਂ ਦੇ ਵਿਚਕਾਰ ਇਹ ਲੜਾਈ ਸਦੀਆਂ ਤੋਂ ਚੱਲੀ ਆ ਰਹੀ ਹੈ। ਅਮੀਰਾਂ ਤੋਂ ਵਸੂਲੋ ਦਾ ਨਾਅਰਾ ਮਾਰਨ ਵਾਲੀ ਭੀੜ ਅਮੀਰਾਂ ਦੇ ਹਮੇਸ਼ਾ ਖਿਲਾਫ ਰਹੀ ਹੈ। ਇਹ ਲੜਾਈ ਤਦੋਂ ਛਿੜਦੀ ਹੈ ਜਦੋਂ ਕਾਨੂੰਨ ਬਣਦੇ ਹਨ ਤੇ ਇਹ ਲੜਾਈ ਅਨੰਤ ਕਾਲ ਤੱਕ ਚੱਲਦੀ ਰਹੇਗੀ। ਸਮੱਸਿਆ ਇਹ ਹੈ ਕਿ ਜਿਹੜੇ ਲੋਕ ਹਾਰਦੇ ਹਨ ਉਹਨਾਂ ਵਿੱਚ ਸਮਝ ਦੀ ਘਾਟ ਹੈ। ਹਾਰਨ ਵਾਲੇ ਲੋਕ ਉਹ ਹਨ ਜੋ ਹਰ ਸਵੇਰ ਉੱਠ ਕੇ ਤਿਆਰ ਹੁੰਦੇ ਹਨ ਤੇ ਆਪਣੀ ਨੌਕਰੀ 'ਚ ਕਰੜੀ ਮਿਹਨਤ ਕਰਦੇ ਹਨ ਅਤੇ ਉਸ ਉੱਤੇ ਟੈਕਸ ਦਿੰਦੇ ਹਨ। ਜੇਕਰ ਉਹ ਇਹ ਸਮਝ ਪਾਉਂਦੇ ਕਿ ਅਮੀਰ ਲੋਕ ਕਿਵੇਂ ਪੈਸੇ ਦੀ ਖੇਡ ਖੇਡਦੇ ਹਨ ਤਾਂ ਉਹ ਵੀ ਅਮੀਰ ਬਣ ਸਕਦੇ ਹਨ। ਫਿਰ ਉਹ ਵੀ ਪੈਸਿਆਂ ਤੋਂ ਆਜ਼ਾਦ ਹੋ ਕੇ ਅਮੀਰ ਬਣ ਸਕਦੇ ਹਨ। ਇਸ ਲਈ ਮੈਂ ਹਰ ਵਾਰ ਡਰ ਜਾਂਦਾ ਹਾਂ ਜਦੋਂ ਵੀ ਮੈਂ ਕਿਸੇ ਨੂੰ ਆਪਣੇ ਬੱਚੇ ਨੂੰ ਇਹ ਸਲਾਹ ਦਿੰਦੇ ਹੋਏ ਸੁਣਦਾ ਹਾਂ ਕਿ ਸਕੂਲ ਜਾਓ ਤਾਂ ਕਿ ਸੁਰੱਖਿਅਤ ਨੌਕਰੀ ਮਿਲ ਸਕੇ। ਜਿਸ ਵਰਕਰ ਵਿੱਚ ਪੈਸਿਆਂ ਦੀ ਸਮਝ ਨਹੀਂ ਹੈ ਉਹ ਬਚ ਨਹੀਂ ਸਕਦਾ, ਭਾਵੇਂ ਉਸ ਦੀ ਨੌਕਰੀ ਕਿੰਨੀ ਵੀ ਸੁਰੱਖਿਅਤ ਕਿਉਂ ਨਾ ਹੋਵੇ। ਐਵਰੇਜ ਅਮਰੀਕੀ ਆਦਮੀ ਅੱਜ ਸਰਕਾਰ ਨੂੰ 50% ਟੈਕਸ ਦਿੰਦਾ ਹੈ, ਯਾਨੀ ਕਿ ਇੱਕ ਸਾਲ 'ਚ ਜੇਕਰ ਉਹ 12 ਮਹੀਨੇ ਕੰਮ ਕਰਦਾ ਹੈ ਤਾਂ ਉਸ ਵਿੱਚੋਂ ਉਸਨੇ 5 ਤੋਂ 6 ਮਹੀਨੇ ਤੱਕ ਸਿਰਫ ਸਰਕਾਰ ਲਈ ਕੰਮ ਕੀਤਾ ਤਾਂ ਕਿ ਉਹ ਟੈਕਸ ਭਰਨ ਲਈ ਪੈਸੇ ਜਮ੍ਹਾਂ ਕਰ ਸਕੇ। ਮੇਰੇ ਵਿਚਾਰ ਵਿੱਚ ਇਹ ਸਮਾਂ ਬਹੁਤ ਜ਼ਿਆਦਾ ਹੈ। ਤੁਸੀਂ ਜਿੰਨੀ ਜ਼ਿਆਦਾ ਮਿਹਨਤ ਕਰਦੇ ਹੋ ਤੁਹਾਨੂੰ ਸਰਕਾਰ ਨੂੰ ਓਨਾ ਹੀ ਜ਼ਿਆਦਾ ਟੈਕਸ ਦੇਣਾ ਪੈਂਦਾ ਹੈ। ਇਸ ਲਈ ਮੇਰਾ ਮੰਨਣਾ ਹੈ ਕਿ ਅਮੀਰਾਂ ਤੋਂ ਵਸੂਲੋ ਦਾ ਨਾਅਰਾ ਉਹਨਾਂ ਲੋਕਾਂ ਉੱਤੇ ਹੀ ਭਾਰੀ ਪੈ ਗਿਆ ਜਿਨ੍ਹਾਂ ਨੇ ਇਸ ਲਈ ਵੋਟ ਦਿੱਤੇ ਸਨ। ਹਰ ਵਾਰ ਲੋਕ ਅਮੀਰਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਅਮੀਰ ਲੋਕ ਚੁੱਪਚਾਪ ਉਸ ਦਾ ਪਾਲਣ ਨਹੀਂ ਕਰਦੇ ਬਲਕਿ ਪਲਟ ਕੇ ਵਾਰ ਕਰਦੇ ਹਨ। ਉਹਨਾਂ ਕੋਲ ਪੈਸਾ, ਤਾਕਤ ਤੇ ਇਰਾਦਾ ਹੁੰਦਾ ਹੈ ਜਿਨ੍ਹਾਂ ਦੇ ਦਮ ਤੇ ਉਹ ਚੀਜ਼ਾਂ ਨੂੰ ਬਦਲ ਸਕਦੇ ਹਨ। ਉਹ ਚੁੱਪਚਾਪ ਬੈਠ ਕੇ ਆਪਣੀ ਮਰਜ਼ੀ ਤੋਂ ਜ਼ਿਆਦਾ ਟੈਕਸ ਨਹੀਂ ਚੁਕਾਉਂਦੇ। ਉਹ ਇਹੋ ਜਿਹਾ ਢੰਗ ਲੱਭਦੇ ਹਨ ਜਿਨ੍ਹਾਂ ਤੋਂ ਉਹਨਾਂ ਤੇ ਟੈਕਸ ਦਾ ਘੱਟ ਤੋਂ ਘੱਟ ਬੋਝ ਪੈ ਸਕੇ। ਇਸ ਲਈ ਉਹ ਸਿਆਣੇ ਸਮਾਰਟ ਵਕੀਲਾਂ ਅਤੇ ਅਕਾਊਂਟੈਂਟਸ ਦੀਆਂ ਸੇਵਾਵਾਂ ਲੈਂਦੇ ਹਨ ਅਤੇ ਪੋਲੀਟੀਸ਼ੀਅਨਸ ਨੂੰ ਮਨਾਉਂਦੇ ਹਨ ਕਿ ਉਹ ਕਾਨੂੰਨ ਬਦਲਣ ਜਾਂ ਕਾਨੂੰਨੀ ਬਚਾਅ ਦੇ ਰਸਤੇ ਬਣਾਉਣ। ਉਹਨਾਂ ਦੇ ਕੋਲ ਪਰਿਵਰਤਨ ਕਰਵਾਉਣ ਦੇ ਵਾਸਤੇ ਲੋੜੀਂਦੇ ਸਾਧਨ ਹੁੰਦੇ ਹਨ। ਅਮਰੀਕਾ ਦਾ ਟੈਕਸ ਕਾਨੂੰਨ ਵੀ ਟੈਕਸ ਬਚਾਉਣ ਲਈ ਕਈ ਰਾਹ ਦਿੰਦਾ ਹੈ। ਇਹਨਾਂ 'ਚੋਂ ਜ਼ਿਆਦਾਤਰ ਰਾਹ ਹਰੇਕ ਲਈ ਖੁੱਲ੍ਹੇ ਹਨ, ਪਰ ਇਹਨਾਂ ਦਾ ਫਾਇਦਾ ਆਮ ਕਰਕੇ ਅਮੀਰ ਲੋਕ ਹੀ ਚੁੱਕਦੇ ਹਨ ਕਿਉਂਕਿ ਉਹ ਇਹਨਾਂ ਨੂੰ ਲੱਭਦੇ ਰਹਿੰਦੇ ਹਨ ਤੇ ਇੰਜ ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਆਪਣੇ ਕੰਮ ਨਾਲ ਕੰਮ ਰੱਖਦੇ ਹਨ। ਉਦਾਹਰਣ ਲਈ ਪੋਪੂਲਰ ਸ਼ਬਦ 1031 ਇੰਟਰਨੈਸ਼ਨਲ ਰੈਵਨਿਊ ਕੋਡ ਦੇ ਆਰਟੀਕਲ 1031 ਦਾ ਛੋਟਾ ਰੂਪ ਹੈ, ਜਿਸ ਨਾਲ ਰੀਅਲ ਐਸਟੇਟ ਵੇਚਣ ਵਾਲੇ ਨੂੰ ਟੈਕਸ ਚੁਕਾਉਣ 'ਚ ਦੇਰੀ ਕਰਨ ਦਾ ਮੌਕਾ ਮਿਲਦਾ ਹੈ। ਜਿਸ ਨੂੰ ਯੂਜ਼ ਕਰਕੇ ਕੋਈ ਵੀ ਅਮਰੀਕਨ ਜਦੋਂ ਪ੍ਰਾਪਰਟੀ ਵੇਚਦਾ ਹੈ ਤਾਂ ਉਹ ਉਹਨਾਂ ਕਮਾਏ ਗਏ ਪੈਸਿਆਂ 'ਚੋਂ ਜੇਕਰ ਦੂਜੀ ਪ੍ਰਾਪਰਟੀ ਖਰੀਦ ਲੈਂਦਾ ਹੈ ਤਾਂ ਉਸ ਨੂੰ ਟੈਕਸ ਨਹੀਂ ਦੇਣਾ ਪੈਂਦਾ। ਰੀਅਲ ਐਸਟੇਟ ਇੱਕ ਇਹੋ ਜਿਹਾ ਕੈਪੀਟਲ ਇਨਵੈਸਟਮੈਂਟ ਯਾਨੀ ਪੂੰਜੀ ਨਿਵੇਸ਼ ਹੈ ਜੋ ਇੰਨਾ ਵੱਡਾ ਟੈਕਸ ਬੈਨੀਫਿਟ ਦਿੰਦਾ ਹੈ। ਜਦੋਂ ਤੱਕ ਤੁਸੀਂ ਘੱਟ ਕੀਮਤ ਤੇ ਪ੍ਰਾਪਰਟੀ ਵੇਚ ਕੇ ਉੱਚੀ ਕੀਮਤ ਤੇ ਵੱਡੀ ਪ੍ਰਾਪਰਟੀ ਖਰੀਦਦੇ ਰਹਿੰਦੇ ਹੋ ਤਾਂ ਤੁਹਾਨੂੰ ਤਦੋਂ ਤਾਈਂ ਟੈਕਸ ਨਹੀਂ ਦੇਣਾ ਪੈਂਦਾ ਜਦੋਂ ਤੱਕ ਕਿ ਤੁਸੀਂ ਉਸ ਨੂੰ ਕੈਸ਼ ਨਾ ਰੱਖਣਾ ਚਾਹੋ। ਜਿਹੜੇ ਲੋਕ ਕਾਨੂੰਨ ਦੁਆਰਾ ਦਿੱਤੀਆਂ ਗਈਆਂ ਇਹਨਾਂ ਟੈਕਸਾਂ ਦੀਆਂ ਰਿਆਇਤਾਂ ਦਾ ਲਾਭ ਨਹੀਂ ਚੁੱਕ ਪਾਉਂਦੇ ਉਹ ਆਪਣੀ ਸੰਪੱਤੀ ਐਸੈਟਸ ਵਾਲੇ ਕਾਲਮ ਨੂੰ ਬਣਾਉਣ ਦਾ ਇੱਕ ਬਹੁਤ ਵੱਡਾ ਮੌਕਾ ਗੁਆ ਦਿੰਦੇ ਹਨ। ਗਰੀਬਾਂ ਅਤੇ ਮਿਡਲ ਕਲਾਸ ਦੇ ਲੋਕਾਂ ਕੋਲ ਇੰਨੇ ਸਾਧਨ ਨਹੀਂ ਹੁੰਦੇ। ਉਹ ਚੁੱਪਚਾਪ ਬੈਠੇ ਰਹਿੰਦੇ ਹਨ ਤੇ ਸਰਕਾਰ ਦੀਆਂ ਸੂਈਆਂ ਨੂੰ ਆਪਣੀਆਂ ਬਾਹਾਂ ਉੱਤੇ ਲੱਗਣ ਦਿੰਦੇ ਹਨ ਅਤੇ ਬਲੱਡ ਡੋਨੇਸ਼ਨ ਦੀ ਇਜਾਜ਼ਤ ਦੇ ਦਿੰਦੇ ਹਨ। ਅੱਜ ਮੈਂ ਜ਼ਿਆਦਾ ਟੈਕਸ ਚੁਕਾਉਣ ਵਾਲੇ ਜਾਂ ਘੱਟ ਛੂਟ ਲੈਣ ਵਾਲੇ ਲੋਕਾਂ ਦੀ ਗਿਣਤੀ ਤੋਂ ਲਗਾਤਾਰ ਹੈਰਾਨ ਹੁੰਦਾ ਰਹਿੰਦਾ ਹਾਂ ਤੇ ਉਹ ਇਸ ਤਰ੍ਹਾਂ ਇਸ ਲਈ ਕਰਦੇ ਹਨ ਕਿਉਂਕਿ ਉਹ ਸਰਕਾਰ ਤੋਂ ਡਰਦੇ ਹਨ ਤੇ ਮੈਂ ਜਾਣਦਾ ਹਾਂ ਕਿ ਸਰਕਾਰੀ ਟੈਕਸ ਏਜੰਟ ਕਿੰਨਾ ਡਰਾਉਣਾ ਹੁੰਦਾ ਹੈ। ਮੇਰੇ ਕੁਝ ਦੋਸਤ ਹਨ ਜਿਨ੍ਹਾਂ ਦੇ ਬਿਜ਼ਨਸ ਬੰਦ ਹੋ ਗਏ ਤੇ ਇਸ ਵਾਸਤੇ ਸਰਕਾਰ ਦੋਸ਼ੀ ਸੀ। ਮੈਨੂੰ ਇਹ ਸਭ ਕੁਝ ਪਤਾ ਹੈ, ਪਰ ਜਨਵਰੀ ਤੋਂ ਲੈ ਕੇ ਮਈ ਦੇ ਪਹਿਲੇ 15 ਦਿਨਾਂ ਤੱਕ
ਸਰਕਾਰ ਲਈ ਕੰਮ ਕਰਨਾ ਇੱਕ ਬਹੁਤ ਵੱਡੀ ਕੀਮਤ ਹੈ ਜਿਹੜੀ ਅਸੀਂ ਸਰਕਾਰ ਦੇ ਡਰ ਦੇ ਕਾਰਨ ਚੁਕਾਉਂਦੇ ਹਾਂ। ਮੇਰੇ ਗਰੀਬ ਡੈਡੀ ਨੇ ਕਦੇ ਪਲਟ ਕੇ ਵਾਰ ਨਹੀਂ ਕੀਤਾ। ਮੇਰੇ ਅਮੀਰ ਡੈਡੀ ਨੇ ਵੀ ਇਸ ਤਰ੍ਹਾਂ ਨਹੀਂ ਕੀਤਾ। ਉਹਨਾਂ ਨੇ ਕੇਵਲ ਖੇਡ ਨੂੰ ਸਿਆਣਪ ਨਾਲ ਖੇਡਿਆ ਤੇ ਉਹਨਾਂ ਨੇ ਇਸ ਤਰ੍ਹਾਂ ਕਾਰਪੋਰੇਸ਼ਨਸ ਦੇ ਰਾਹੀਂ ਹੀ ਕੀਤਾ, ਜਿਹੜਾ ਅਮੀਰਾਂ ਦਾ ਸਭ ਤੋਂ ਵੱਡਾ ਰਾਜ਼ ਹੈ। ਅਮੀਰ ਡੈਡੀ ਕੋਲ ਮੇਰਾ ਸਿੱਖਿਆ ਪਹਿਲਾ ਸਬਕ ਤੁਹਾਨੂੰ ਯਾਦ ਹੋਵੇਗਾ। ਮੈਂ 9 ਸਾਲਾਂ ਦਾ ਬੱਚਾ ਸੀ ਅਤੇ ਮੈਨੂੰ ਉਹਨਾਂ ਨਾਲ ਗੱਲ ਕਰਨ ਲਈ ਕਾਫੀ ਲੰਮੇ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ ਸੀ। ਮੈਂ ਆਮ ਕਰਕੇ ਉਹਨਾਂ ਦੇ ਦਫ਼ਤਰ 'ਚ ਬੈਠਿਆਂ ਉਹਨਾਂ ਦਾ ਇੰਤਜ਼ਾਰ ਕਰਦਾ ਸੀ। ਉਹ ਜਾਣਬੁੱਝ ਕੇ ਮੈਨੂੰ ਨਜ਼ਰ ਅੰਦਾਜ਼ ਕਰਦੇ ਰਹਿੰਦੇ ਸਨ। ਉਹ ਚਾਹੁੰਦੇ ਸਨ ਕਿ ਮੈਂ ਉਹਨਾਂ ਦੀ ਤਾਕਤ ਨੂੰ ਪਛਾਣਾਂ ਤੇ ਇੱਕ ਦਿਨ ਆਪਣੇ ਆਪ ਨੂੰ ਵੀ ਇੰਨਾ ਤਾਕਤਵਰ ਬਣਾਉਣਾ ਚਾਹਾਂ। ਜਿੰਨੇ ਵੀ ਸਮੇਂ ਤੱਕ ਮੈਂ ਉਹਨਾਂ ਦੀ ਗਾਈਡੈਂਸ ਵਿੱਚ ਪੜ੍ਹਿਆ ਅਤੇ ਸਿੱਖਿਆ, ਉਹਨਾਂ ਨੇ ਮੈਨੂੰ ਹਮੇਸ਼ਾ ਯਾਦ ਦਿਵਾਇਆ ਕਿ ਗਿਆਨ ਹੀ ਤਾਕਤ ਹੈ ਤੇ ਪੈਸਿਆਂ ਦੇ ਨਾਲ ਜਿਹੜੀ ਵੱਡੀ ਤਾਕਤ ਆਉਂਦੀ ਹੈ ਉਸ ਨੂੰ ਬਣਾਏ ਰੱਖਣ ਤੇ ਉਸ ਨੂੰ ਕਈ ਗੁਣਾ ਕਰਨ ਵਾਸਤੇ ਸਹੀ ਗਿਆਨ ਜਾਂ ਨੌਲੇਜ ਦੀ ਲੋੜ ਹੁੰਦੀ ਹੈ। ਉਸ ਗਿਆਨ ਜਾਂ ਨੌਲੇਜ ਦੇ ਬਗੈਰ ਸੰਸਾਰ ਤੁਹਾਨੂੰ ਇੱਧਰ ਉੱਧਰ ਧੱਕੇ ਮਾਰਦਾ ਰਹਿੰਦਾ ਹੈ। ਅਮੀਰ ਡੈਡੀ ਹਮੇਸ਼ਾ ਮਾਈਕ ਤੇ ਮੈਨੂੰ ਇਹ ਯਾਦ ਕਰਵਾਇਆ ਕਰਦੇ ਸਨ ਕਿ ਸਭ ਤੋਂ ਜ਼ਿਆਦਾ ਡਰਾਉਣਾ ਵਿਅਕਤੀ ਬੌਸ ਜਾਂ ਸੁਪਰਵਾਈਜ਼ਰ ਨਹੀਂ ਹੁੰਦਾ, ਬਲਕਿ ਟੈਕਸਮੈਨ ਹੁੰਦਾ ਹੈ। ਜੇਕਰ ਤੁਸੀਂ ਉਸ ਨੂੰ ਮੌਕਾ ਦਿੰਦੇ ਹੋ ਤਾਂ ਟੈਕਸਮੈਨ ਹਮੇਸ਼ਾ ਤੁਹਾਡੇ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਟੈਕਸ ਵਸੂਲ ਕਰ ਲਵੇਗਾ। ਪੈਸਾ ਮੇਰੇ ਵਾਸਤੇ ਕੰਮ ਕਰੇ, ਮੈਂ ਪੈਸਿਆਂ ਲਈ ਕੰਮ ਨਾ ਕਰਾਂ। ਮੇਰਾ ਇਹ ਪਹਿਲਾ ਸਬਕ ਦਰਅਸਲ ਤਾਕਤ ਦੇ ਬਾਰੇ 'ਚ ਹੈ। ਜੇਕਰ ਤੁਸੀਂ ਪੈਸਿਆਂ ਲਈ ਕੰਮ ਕਰਦੇ ਹੋ ਤਾਂ ਤੁਸੀਂ ਤਾਕਤ ਨੂੰ ਆਪਣੇ ਬੌਸ ਦੇ ਹੱਥਾਂ ਵਿੱਚ ਦੇ ਦਿੰਦੇ ਹੋ। ਜੇਕਰ ਤੁਹਾਡਾ ਪੈਸਾ ਤੁਹਾਡੇ ਲਈ ਕੰਮ ਕਰਦਾ ਹੈ ਤਾਂ ਤੁਸੀਂ ਤਾਕਤ ਨੂੰ ਆਪਣੇ ਕੋਲ ਰੱਖਦੇ ਹੋ। ਇੱਕ ਵਾਰ ਸਾਨੂੰ ਸਾਡੇ ਵਾਸਤੇ ਕੰਮ ਕਰਨ ਵਾਲੇ ਪੈਸੇ ਦੀ ਤਾਕਤ ਦਾ ਗਿਆਨ ਹੋ ਜਾਵੇ, ਫਿਰ ਸਾਨੂੰ ਪੈਸਿਆਂ ਦੇ ਲਿਹਾਜ਼ ਨਾਲ ਸਮਾਰਟ ਹੋ ਜਾਣਾ ਚਾਹੀਦਾ ਹੈ ਤੇ ਸਾਨੂੰ ਡਰਾਉਣ ਵਾਲੇ ਲੋਕਾਂ ਕੋਲੋਂ ਨਿਪਟਣ ਦੇ ਰਾਹ ਲੱਭ ਲੈਣੇ ਚਾਹੀਦੇ ਹਨ। ਇਸ ਵਾਸਤੇ ਤੁਹਾਡੇ ਕੋਲ ਕਾਨੂੰਨ ਦੀ ਸਮਝ ਹੋਣੀ ਚਾਹੀਦੀ ਹੈ ਅਤੇ ਇਸ ਗੱਲ ਦੀ ਵੀ ਕਿ ਸਿਸਟਮ ਕਿਵੇਂ ਕੰਮ ਕਰਦਾ ਹੈ। ਜੇਕਰ ਤੁਹਾਡੇ ਕੋਲ ਨੌਲੇਜ ਨਹੀਂ ਹੈ ਤਾਂ ਤੁਹਾਨੂੰ ਆਸਾਨੀ ਨਾਲ ਡਰਾਇਆ ਜਾ ਸਕਦਾ ਹੈ। ਜੇਕਰ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਗੱਲ ਕਰ ਰਹੇ ਹੋ ਤਾਂ ਤੁਹਾਡੇ ਕੋਲ ਬਚਣ ਦਾ ਮੌਕਾ ਹੁੰਦਾ ਹੈ। ਇਸ ਲਈ ਅਮੀਰ ਡੈਡੀ ਸਮਾਰਟ ਟੈਕਸ ਅਕਾਊਂਟੈਂਟਸ ਤੇ ਵਕੀਲਾਂ ਨੂੰ ਜ਼ਿਆਦਾ ਤਨਖਾਹ ਦਿੰਦੇ ਸਨ। ਵਕੀਲਾਂ ਨੂੰ ਤਨਖਾਹ ਦੇਣਾ ਸਰਕਾਰ ਨੂੰ ਟੈਕਸ ਦੇਣ ਤੋਂ ਸਸਤਾ ਸੀ। ਮੇਰੇ ਵਾਸਤੇ ਉਹਨਾਂ ਦਾ ਸਭ ਤੋਂ ਵਧੀਆ ਸਬਕ ਸੀ, ਸਮਾਰਟ ਬਣੋ ਤਾਂ ਕਿ ਤੁਹਾਨੂੰ ਇੱਧਰ ਉੱਧਰ ਧੱਕੇ ਨਾ ਦਿੱਤੇ ਜਾ ਸਕਣ। ਤੇ ਮੈਂ ਸਾਰੀ ਜ਼ਿੰਦਗੀ ਇਸ ਨੂੰ ਅਪਣਾਇਆ। ਉਹ ਕਾਨੂੰਨ ਜਾਣਦੇ ਸਨ ਕਿਉਂਕਿ ਉਹ ਕਾਨੂੰਨ ਦਾ ਆਦਰ ਕਰਦੇ ਸਨ। ਉਹ ਕਾਨੂੰਨ ਜਾਣਦੇ ਸਨ ਕਿਉਂਕਿ ਕਾਨੂੰਨਾਂ ਬਾਰੇ ਨਾ ਜਾਣਨਾ ਬੜਾ ਮਹਿੰਗਾ ਸਾਬਿਤ ਹੋ ਸਕਦਾ ਹੈ। ਜੇਕਰ ਤੁਸੀਂ ਜਾਣਦੇ ਹੋ ਕਿ ਤੁਸੀਂ ਸਹੀ ਹੋ ਤਾਂ ਤੁਸੀਂ ਕਿਸੇ ਨਾਲ ਵੀ ਉਲਝਣ ਤੋਂ ਨਹੀਂ ਡਰੋਗੇ, ਚਾਹੇ ਤੁਹਾਡਾ ਮੁਕਾਬਲਾ ਰੌਬਿਨ ਹੁੱਡ ਤੇ ਉਸਦੇ ਗਿਰੋਹ ਨਾਲ ਹੀ ਕਿਉਂ ਨਾ ਹੋਵੇ। ਮੇਰੇ ਪੜ੍ਹੇ ਲਿਖੇ ਡੈਡੀ ਮੈਨੂੰ ਹਮੇਸ਼ਾ ਹੱਲਾਸ਼ੇਰੀ ਦਿਆ ਕਰਦੇ ਸਨ ਕਿ ਮੈਂ ਕਿਸੇ ਚੰਗੇ ਕਾਰਪੋਰੇਸ਼ਨ ਵਿੱਚ ਵਧੀਆ ਜਿਹੀ ਨੌਕਰੀ ਲੱਭਾਂ। ਉਹ ਮੈਨੂੰ ਹਮੇਸ਼ਾ ਉਹਨਾਂ ਚੰਗਿਆਈਆਂ ਬਾਰੇ ਦੱਸਦੇ ਸਨ ਜਿਹੜੀਆਂ ਕਾਰਪੋਰੇਟ ਪੌੜੀ ਉੱਤੇ ਚੜ੍ਹਨ ਨਾਲ ਹਾਸਿਲ ਕੀਤੀਆਂ ਜਾ ਸਕਦੀਆਂ ਹਨ। ਉਹ ਇਹ ਨਹੀਂ ਸਮਝ ਪਾਉਂਦੇ ਸਨ ਕਿ ਕਾਰਪੋਰੇਟ ਐਮਪਲਾਇਰ ਤੋਂ ਮਿਲਣ ਵਾਲੀ ਤਨਖਾਹ ਦੇ ਚੈੱਕ ਉੱਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਤੇ ਮੈਂ ਇੱਕ ਇਹੋ ਜਿਹੀ ਦੁਧਾਰੂ ਗਾਂ ਬਣ ਜਾਂਦਾ ਸੀ ਜਿਸ ਨੂੰ ਕਦੀ ਵੀ ਚੋਇਆ ਜਾ ਸਕਦਾ ਹੈ। ਜਦੋਂ ਮੈਂ ਆਪਣੇ ਅਮੀਰ ਡੈਡੀ ਨੂੰ ਆਪਣੇ ਡੈਡੀ ਦੀ ਸਲਾਹ ਦੱਸੀ ਤਾਂ ਉਹ ਕੇਵਲ ਹੱਸੇ। ਉਹਨਾਂ ਨੇ ਸਿਰਫ ਇਹੀ ਕਿਹਾ, ਕਾਰਪੋਰੇਟ ਪੌੜੀ ਕਿਉਂ ਬਣੀਏ, ਪੌੜੀ ਦਾ ਮਾਲਕ ਹੀ ਕਿਉਂ ਨਾ ਬਣਿਆ ਜਾਵੇ। ਬਚਪਨ ਵਿੱਚ ਮੈਨੂੰ ਇਹ ਸਮਝ ਨਹੀਂ ਸੀ ਆਇਆ ਕਿ ਆਪਣੇ ਕਾਰਪੋਰੇਸ਼ਨ ਦੇ ਮਾਲਕ ਹੋਣ ਨਾਲ ਅਮੀਰ ਡੈਡੀ ਦਾ ਕੀ ਮਤਲਬ ਸੀ। ਇਹ ਇੱਕ ਇਹੋ ਜਿਹਾ ਵਿਚਾਰ ਸੀ ਜਿਹੜਾ ਅਸੰਭਵ ਤੇ ਡਰਾਉਣਾ ਲੱਗ ਰਿਹਾ ਸੀ। ਹਾਲਾਂਕਿ ਮੈਂ ਇਸ ਵਿਚਾਰ ਤੋਂ ਰੋਮਾਂਚਿਤ ਸੀ, ਪਰ ਮੇਰੀ ਘੱਟ ਉਮਰ 'ਚ ਮੈਂ ਇਸ ਸੰਭਾਵਨਾ ਉੱਤੇ ਵਿਚਾਰ ਹੀ ਨਹੀਂ ਸੀ ਕਰ ਪਾ ਰਿਹਾ ਕਿ ਨੌਜਵਾਨ ਲੋਕ ਕਿਸੇ ਦਿਨ ਮੇਰੀ ਕੰਪਨੀ ਵਿੱਚ ਕੰਮ ਕਰਨਗੇ। ਪਤੇ ਦੀ ਗੱਲ ਇਹ ਸੀ ਕਿ ਜੇਕਰ ਅਮੀਰ ਡੈਡੀ ਨਾ ਹੁੰਦੇ ਤਾਂ ਮੈਂ ਆਪਣੇ ਪੜ੍ਹੇ ਲਿਖੇ ਡੈਡੀ ਦੀ ਸਲਾਹ ਦਾ ਪਾਲਣ ਕਰ ਰਿਹਾ ਹੁੰਦਾ। ਅਮੀਰ ਡੈਡੀ ਦੇ ਵਾਰ-ਵਾਰ ਯਾਦ ਦਿਲਾਉਣ ਦੇ ਕਾਰਨ ਹੀ ਮੇਰਾ ਆਪਣੇ ਕਾਰਪੋਰੇਸ਼ਨ ਦਾ ਵਿਚਾਰ ਜਿੰਦਾ ਰਿਹਾ ਤੇ ਮੈਨੂੰ ਇਹ ਇੱਕ ਵੱਖਰੀ ਰਾਹ ਉੱਤੇ ਚਲਾਉਂਦਾ ਰਿਹਾ। ਜਦੋਂ ਮੈਂ 15 ਜਾਂ 16 ਸਾਲ ਦਾ ਸੀ ਤਾਂ ਮੈਂ ਜਾਣਦਾ ਸੀ ਕਿ ਮੈਂ ਉਸ ਰਾਹ ਤੇ ਨਹੀਂ ਚੱਲਣ ਵਾਲਾ ਜਿਹੜਾ ਮੇਰੇ ਪੜ੍ਹੇ ਲਿਖੇ ਡੈਡੀ ਨੇ ਦੱਸਿਆ ਹੈ। ਮੈਂ ਨਹੀਂ ਜਾਣਦਾ ਸੀ ਕਿ ਮੈਂ ਇਸ ਤਰ੍ਹਾਂ ਕਰਾਂਗਾ, ਪਰ ਮੈਂ ਪੱਕਾ ਇਰਾਦਾ ਕਰ ਲਿਆ ਸੀ ਕਿ ਮੈਂ ਭੀੜ ਦੇ ਨਾਲ ਨਹੀਂ ਚੱਲਾਂਗਾ ਤੇ ਉਸ ਦਿਸ਼ਾ 'ਚ ਨਹੀਂ ਜਾਵਾਂਗਾ ਜਿਸ ਪਾਸੇ ਮੇਰੇ ਕਲਾਸ ਫੈਲੋ ਜਾ ਰਹੇ ਸਨ। ਇਸ ਫੈਸਲੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਜਦੋਂ ਤੱਕ ਮੈਂ 25 ਸਾਲਾਂ ਦਾ ਹੋਇਆ ਤਦੋਂ ਤੱਕ ਅਮੀਰ ਡੈਡੀ ਦੀ ਸਲਾਹ ਮੈਨੂੰ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਸੀ ਆਈ। ਮੈਂ ਹੁਣੇ ਹੀ ਮੈਰੀਨ ਕਾਰਪਸ ਛੱਡੀ ਸੀ ਅਤੇ ਮੈਂ ਜ਼ੀਰੋਕਸ ਦੇ ਲਈ ਕੰਮ ਕਰ ਰਿਹਾ ਸੀ। ਮੈਨੂੰ ਬਹੁਤ ਪੈਸਾ ਮਿਲ ਰਿਹਾ ਸੀ, ਪਰ ਹਰ ਵਾਰੀ ਜਦੋਂ ਵੀ ਮੈਂ ਆਪਣੀ ਤਨਖਾਹ ਦੇ ਚੈੱਕ ਨੂੰ ਦੇਖਦਾ ਤਾਂ ਮੈਨੂੰ ਹਮੇਸ਼ਾ ਨਿਰਾਸ਼ਾ ਹੁੰਦੀ ਸੀ। ਕਟੌਤੀਆਂ ਇੰਨੀਆਂ ਜ਼ਿਆਦਾ ਸਨ ਤੇ ਜਿੰਨਾ ਜ਼ਿਆਦਾ ਮੈਂ ਕੰਮ ਕਰਦਾ ਕਟੌਤੀਆਂ ਉਨੀਆਂ ਹੀ ਜ਼ਿਆਦਾ ਹੁੰਦੀਆਂ ਸਨ। ਜਦੋਂ ਮੈਂ ਜ਼ਿਆਦਾ ਸਫਲ ਹੋਣ ਲੱਗਾ ਤਾਂ ਮੇਰੇ ਸੀਨੀਅਰ ਬੌਸ ਮੇਰੇ ਪ੍ਰਮੋਸ਼ਨ ਅਤੇ ਤਨਖਾਹ ਵਧਾਉਣ ਦੀਆਂ ਗੱਲਾਂ ਕਰਨ ਲੱਗੇ। ਇਹ ਸੁਣਨ ਵਿੱਚ ਚੰਗਾ ਲੱਗਦਾ ਸੀ, ਪਰ ਮੈਂ ਆਪਣੇ ਕੰਨਾਂ 'ਚ ਆਪਣੇ ਅਮੀਰ ਡੈਡੀ ਦੀ ਇਹ ਆਵਾਜ਼ ਵੀ ਸੁਣ ਸਕਦਾ ਸੀ, ਤੂੰ ਕਿਸ ਲਈ ਕੰਮ ਕਰ ਰਿਹਾ ਹੈ, ਤੂੰ ਕਿਸ ਨੂੰ ਅਮੀਰ ਬਣਾ ਰਿਹਾ ਹੈ। 1974 'ਚ ਜ਼ੀਰੋਕਸ ਦੇ ਵਰਕਰ ਦੇ ਰੂਪ ਵਿੱਚ ਹੀ ਮੈਂ ਆਪਣਾ ਪਹਿਲਾ ਕਾਰਪੋਰੇਸ਼ਨ ਬਣਾਇਆ
ਅਤੇ ਆਪਣੇ ਕੰਮ ਨਾਲ ਕੰਮ ਰੱਖਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤੋਂ ਹੀ ਮੇਰੀ ਸੰਪੱਤੀ ਐਸੈਟਸ ਵਾਲੇ ਕਾਲਮ 'ਚ ਕੁਝ ਸੰਪੱਤੀਆਂ ਮੌਜੂਦ ਸਨ, ਪਰ ਹੁਣ ਮੈਂ ਇਹ ਪੱਕਾ ਕਰ ਲਿਆ ਸੀ ਕਿ ਉਹਨਾਂ ਨੂੰ ਹੋਰ ਜ਼ਿਆਦਾ ਵਧਾਇਆ ਜਾਵੇ। ਕਟੌਤੀਆਂ ਵਾਲੀਆਂ ਤਨਖਾਹਾਂ ਨੂੰ ਦੇਖ-ਦੇਖ ਕੇ ਮੈਨੂੰ ਅਮੀਰ ਡੈਡੀ ਦੀ ਸਲਾਹ ਵਿੱਚ ਸਮਝਦਾਰੀ ਦਿਖਣ ਲੱਗ ਪਈ ਸੀ। ਜੇਕਰ ਮੈਂ ਆਪਣੇ ਪੜ੍ਹੇ ਲਿਖੇ ਡੈਡੀ ਦੀ ਸਲਾਹ ਤੇ ਵੀ ਚੱਲਦਾ ਤਾਂ ਵੀ ਮੈਨੂੰ ਆਪਣਾ ਭਵਿੱਖ ਸਾਫ਼ ਨਜ਼ਰ ਆ ਰਿਹਾ ਸੀ। ਕਈ ਐਮਪਲਾਇਰ ਇਹ ਅਨੁਭਵ ਕਰਦੇ ਹਨ ਕਿ ਜੇਕਰ ਵਰਕਰ ਆਪਣੇ ਕੰਮ ਨਾਲ ਹੀ ਕੰਮ ਰੱਖੇ ਤਾਂ ਇਹ ਉਹਨਾਂ ਦੇ ਬਿਜ਼ਨਸ ਲਈ ਮਾੜਾ ਹੁੰਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹੋ ਜਿਹਾ ਕੁਝ ਲੋਕਾਂ ਨਾਲ ਹੀ ਹੋ ਸਕਦਾ ਹੈ, ਪਰ ਮੇਰੇ ਨਾਲ ਇਸ ਤਰ੍ਹਾਂ ਵੀ ਨਹੀਂ ਹੋਇਆ ਸੀ। ਇੱਕ ਵਾਰ ਜਦੋਂ ਮੈਂ ਆਪਣੇ ਕੰਮ ਨਾਲ ਕੰਮ ਰੱਖਣ ਦਾ ਇਰਾਦਾ ਕਰ ਲਿਆ ਅਤੇ ਆਪਣੀ ਸੰਪੱਤੀ ਐਸੈਟਸ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮੈਂ ਇੱਕ ਚੰਗਾ ਵਰਕਰ ਬਣ ਗਿਆ। ਮੇਰੇ ਕੋਲ ਇੱਕ ਗੋਲ ਸੀ। ਮੈਂ ਸਵੇਰੇ ਛੇਤੀ ਆ ਜਾਂਦਾ ਤੇ ਮਿਹਨਤ ਨਾਲ ਕੰਮ ਕਰਦਾ ਤੇ ਇਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਂਦਾ ਤਾਂ ਕਿ ਮੈਂ ਉਸਨੂੰ ਰੀਅਲ ਐਸਟੇਟ ਵਿੱਚ ਨਿਵੇਸ਼ ਕਰ ਸਕਾਂ। ਹਵਾਈ ਵਿੱਚ ਉਸ ਸਮੇਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਸਨ ਤੇ ਉੱਥੇ ਕਿਸਮਤ ਚਮਕਾਈ ਜਾ ਸਕਦੀ ਸੀ। ਜਿਵੇਂ-ਜਿਵੇਂ ਮੈਨੂੰ ਇਹ ਹੋਰ ਜ਼ਿਆਦਾ ਮਹਿਸੂਸ ਹੁੰਦਾ ਗਿਆ ਕਿ ਕੀ ਉੱਥੇ ਇਨਵੈਸਟਮੈਂਟ ਕਰਨ ਦੀਆਂ ਸੰਭਾਵਨਾਵਾਂ ਹਨ, ਉਨੀਆਂ ਹੀ ਜ਼ਿਆਦਾ ਜ਼ੀਰੋਕਸ ਮਸ਼ੀਨਾਂ ਮੈਂ ਵੇਚੀਆਂ। ਮੈਂ ਜਿੰਨੀਆਂ ਜ਼ਿਆਦਾ ਮਸ਼ੀਨਾਂ ਵੇਚੀਆਂ, ਮੈਨੂੰ ਓਨਾ ਹੀ ਜ਼ਿਆਦਾ ਪੈਸਾ ਮਿਲਿਆ ਅਤੇ ਹਾਂ, ਮੇਰੀ ਤਨਖਾਹ ਦੇ ਚੈੱਕ ਤੋਂ ਵੀ ਓਨੀਆਂ ਹੀ ਜ਼ਿਆਦਾ ਕਟੌਤੀਆਂ ਵੀ ਹੋਈਆਂ। ਇਹ ਪ੍ਰੇਰਨਾਦਾਇਕ ਸੀ। ਮੈਂ ਵਰਕਰ ਹੋਣ ਦੇ ਜਾਲ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਸੀ ਅਤੇ ਇਸ ਲਈ ਮੈਂ ਘੱਟ ਮਿਹਨਤ ਦੀ ਬਜਾਏ ਜ਼ਿਆਦਾ ਕਰੜੀ ਮਿਹਨਤ ਕਰਦਾ ਸੀ। 1978 ਤੱਕ ਮੈਂ ਸੇਲਜ਼ ਦੇ ਚੋਟੀ ਦੇ 5 ਵਿਅਕਤੀਆਂ ਵਿੱਚੋਂ ਇੱਕ ਸੀ। ਆਮ ਕਰਕੇ ਨੰਬਰ 1। ਮੈਂ ਚੂਹਾ ਦੌੜ ਵਿੱਚੋਂ ਬਹੁਤ ਹੀ ਛੇਤੀ ਨਾਲ ਬਾਹਰ ਨਿਕਲਣ ਲਈ ਬੇਤਾਬ ਸਾਂ। 3 ਸਾਲ ਤੋਂ ਵੀ ਘੱਟ ਸਮੇਂ ਅੰਦਰ ਮੈਂ ਜ਼ੀਰੋਕਸ ਦੀ ਤੁਲਨਾ 'ਚ ਆਪਣੇ ਛੋਟੇ ਜਿਹੇ ਕਾਰਪੋਰੇਸ਼ਨ ਤੋਂ ਕਿਤੇ ਜ਼ਿਆਦਾ ਕਮਾ ਰਿਹਾ ਸੀ। ਜਦੋਂ ਕਿ ਮੇਰਾ ਕਾਰਪੋਰੇਸ਼ਨ ਰੀਅਲ ਐਸਟੇਟ 'ਚ ਨਿਵੇਸ਼ ਕਰਨ ਵਾਲੀ ਕੰਪਨੀ ਸੀ ਤੇ ਉਹ ਪੈਸਾ ਜਿਹੜਾ ਮੈਂ ਕਾਰਪੋਰੇਸ਼ਨ 'ਚ ਆਪਣੀ ਸੰਪੱਤੀ ਐਸੈਟਸ ਵਾਲੇ ਕਾਲਮ ਤੋਂ ਬਣਾ ਰਿਹਾ ਸੀ, ਉਹ ਪੈਸਾ ਮੇਰੇ ਲਈ ਕੰਮ ਕਰ ਰਿਹਾ ਸੀ। ਮੈਨੂੰ ਕਾਪੀਅਰ ਵੇਚਣ ਲਈ ਦਰਵਾਜ਼ੇ ਖੜਕਾਉਣ ਦੀ ਲੋੜ ਨਹੀਂ ਸੀ। ਅਮੀਰ ਡੈਡੀ ਦੀ ਸਲਾਹ 'ਚ ਮੈਨੂੰ ਜ਼ਿਆਦਾ ਸਮਝਦਾਰੀ ਦਿਖ ਰਹੀ ਸੀ। ਛੇਤੀ ਹੀ ਮੇਰੀ ਪ੍ਰਾਪਰਟੀ 'ਚ ਆਉਣ ਵਾਲਾ ਕੈਸ਼ ਫਲੋ ਇੰਨਾ ਜ਼ਿਆਦਾ ਹੋ ਗਿਆ ਕਿ ਮੇਰੀ ਕੰਪਨੀ ਨੇ ਮੇਰੇ ਲਈ ਪਹਿਲੀ ਕਾਰ ਖਰੀਦ ਦਿੱਤੀ। ਜ਼ੀਰੋਕਸ ਦੇ ਲੋਕਾਂ ਨੂੰ ਲੱਗਿਆ ਕਿ ਮੈਂ ਆਪਣੇ ਕਮਿਸ਼ਨ ਵੇਚ ਰਿਹਾ ਹਾਂ, ਪਰ ਮੈਂ ਇਸ ਤਰ੍ਹਾਂ ਨਹੀਂ ਸੀ ਕਰ ਰਿਹਾ। ਮੈਂ ਆਪਣੇ ਕਮਿਸ਼ਨ ਨੂੰ ਸੰਪੱਤੀ ਐਸੈਟਸ ਵਾਲੇ ਕਾਲਮ ਵਿੱਚ ਨਿਵੇਸ਼ ਕਰ ਰਿਹਾ ਸੀ। ਮੇਰਾ ਪੈਸਾ ਹੋਰ ਜ਼ਿਆਦਾ ਪੈਸਾ ਕਮਾਉਣ ਲਈ ਕਰੜੀ ਮਿਹਨਤ ਕਰ ਰਿਹਾ ਸੀ। ਮੇਰੀ ਸੰਪੱਤੀ ਐਸੈਟ ਵਾਲੇ ਕਾਲਮ ਦਾ ਹਰ ਇੱਕ ਡਾਲਰ ਇੱਕ ਵਧੀਆ ਵਰਕਰ ਸੀ, ਜਿਸ ਦੀ ਕਰੜੀ ਮਿਹਨਤ ਦੇ ਕਾਰਨ ਹੋਰ ਜ਼ਿਆਦਾ ਵਰਕਰ ਤਿਆਰ ਹੁੰਦੇ ਸਨ ਅਤੇ ਉਹ ਸਾਰੇ ਮਿਲ ਕੇ ਆਪਣੇ ਬੌਸ ਨੂੰ ਇੱਕ ਨਵੀਂ ਕਾਰ ਤੋਹਫੇ ਦੇ ਰੂਪ ਵਿੱਚ ਦੇ ਰਹੇ ਸਨ ਤੇ ਉਹ ਵੀ ਟੈਕਸ ਚੁਕਾਉਣ ਤੋਂ ਪਹਿਲਾਂ। ਮੈਂ ਜ਼ੀਰੋਕਸ ਦੇ ਵਾਸਤੇ ਕਰੜੀ ਮਿਹਨਤ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਯੋਜਨਾ ਠੀਕ ਤਰ੍ਹਾਂ ਚੱਲ ਰਹੀ ਸੀ ਤੇ ਮੇਰੀ ਕਾਰ ਇਸ ਦਾ ਇੱਕ ਜਿਉਂਦਾ ਜਾਗਦਾ ਸਬੂਤ ਸੀ। ਆਪਣੇ ਅਮੀਰ ਡੈਡੀ ਤੋਂ ਸਿੱਖੇ ਗਏ ਸਬਕ ਦੇ ਕਾਰਨ ਮੈਂ ਉਸ ਚੂਹਾ ਦੌੜ ਦੀ ਮਿੱਥ ਤੋਂ ਬਾਹਰ ਨਿਕਲਣ ਵਿੱਚ ਸਫਲ ਹੋ ਸਕਿਆ ਸੀ ਤੇ ਮੈਂ ਘੱਟ ਉਮਰ 'ਚ ਹੀ ਇੱਕ ਐਮਪਲਾਇਰ ਬਣ ਗਿਆ। ਇਹ ਪੈਸਿਆਂ ਦੀ ਸਮਝ ਕਾਰਨ ਹੀ ਸੰਭਵ ਹੋਇਆ ਸੀ। ਇਸ ਫਾਈਨੈਂਸ਼ੀਅਲ ਨੌਲੇਜ ਦੇ ਬਗੈਰ, ਜਿਸ ਨੂੰ ਮੈਂ ਫਾਈਨੈਂਸ਼ੀਅਲ IQ ਕਹਾਂਗਾ, ਆਰਥਿਕ ਸੁਤੰਤਰਤਾ ਦੀ ਮੇਰੀ ਰਾਹ 'ਚ ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਹੁੰਦੀਆਂ। ਹੁਣ ਮੈਂ ਫਾਈਨੈਂਸ਼ੀਅਲ ਸੈਮੀਨਾਰਾਂ ਵਿੱਚ ਦੂਜਿਆਂ ਨੂੰ ਇਸ ਆਸ ਨਾਲ ਸਿਖਾਉਂਦਾ ਹਾਂ ਤਾਂ ਕਿ ਮੈਂ ਉਹਨਾਂ ਦੇ ਨਾਲ ਆਪਣਾ ਗਿਆਨ ਵੰਡ ਸਕਾਂ। ਜਦੋਂ ਵੀ ਮੈਂ ਲੈਕਚਰ ਦਿੰਦਾ ਹਾਂ ਤਾਂ ਮੈਂ ਲੋਕਾਂ ਨੂੰ ਇਹ ਯਾਦ ਦਿਵਾਉਂਦਾ ਹਾਂ ਕਿ ਫਾਈਨੈਂਸ਼ੀਅਲ IQ ਐਕਸਪਰਟਿਜ਼ ਦੇ 4 ਵੱਡੇ ਖੇਤਰਾਂ 'ਚ ਆਉਣ ਵਾਲੇ ਗਿਆਨ ਤੋਂ ਬਣਦਾ ਹੈ, ਜਿਨ੍ਹਾਂ ਵਿੱਚੋਂ ਨੰਬਰ 1 ਹੈ ਅਕਾਊਂਟਿੰਗ, ਜਿਸ ਨੂੰ ਮੈਂ ਫਾਈਨੈਂਸ਼ੀਅਲ ਸਾਖਰਤਾ ਕਹਿੰਦਾ ਹਾਂ। ਜੇਕਰ ਤੁਸੀਂ ਸਾਮਰਾਜ ਬਣਾਉਣਾ ਚਾਹੁੰਦੇ ਹੋ ਤਾਂ ਇਹ ਬਹੁਤ ਇੰਪੋਰਟੈਂਟ ਸਕਿੱਲ ਹੈ। ਤੁਸੀਂ ਜਿੰਨੇ ਜ਼ਿਆਦਾ ਪੈਸੇ ਦੇ ਲਈ ਜ਼ਿੰਮੇਵਾਰ ਹੋਵੋਗੇ, ਉਨੀ ਹੀ ਜ਼ਿਆਦਾ ਬਰੀਕੀ ਦੀ ਲੋੜ ਹੋਵੇਗੀ, ਨਹੀਂ ਤਾਂ ਤੁਹਾਡਾ ਸਾਮਰਾਜ ਤਾਸ਼ ਦੇ ਪੱਤਿਆਂ ਦੇ ਮਹੱਲ ਵਾਂਗ ਢਹਿ ਜਾਵੇਗਾ। ਇਹ ਖੱਬੇ ਦਿਮਾਗ ਦਾ ਪਹਿਲੂ ਹੈ, ਜਿਸ ਤਫਸੀਲ ਜਾਂ ਬਰੀਕੀ ਦੀ ਲੋੜ ਹੈ। ਫਾਈਨੈਂਸ਼ੀਅਲ ਸਾਖਰਤਾ ਉਹ ਯੋਗਤਾ ਹੈ ਜਿਸ ਦੇ ਸਹਾਰੇ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਪੜ੍ਹਿਆ ਅਤੇ ਸਮਝਿਆ ਜਾ ਸਕਦਾ ਹੈ। ਇਸ ਯੋਗਤਾ ਨਾਲ ਤੁਸੀਂ ਕਿਸੇ ਵੀ ਕਾਰੋਬਾਰ ਦੀਆਂ ਕਮਜ਼ੋਰੀਆਂ ਤੇ ਮਜ਼ਬੂਤੀਆਂ ਨੂੰ ਪਹਿਚਾਨ ਸਕਦੇ ਹੋ। ਨੰਬਰ 2 ਹੈ ਨਿਵੇਸ਼ ਜਾਂ ਇਨਵੈਸਟ ਕਰਨਾ, ਜਿਸ ਨੂੰ ਮੈਂ ਪੈਸੇ ਤੋਂ ਪੈਸਾ ਬਣਾਉਣ ਦਾ ਵਿਗਿਆਨ ਕਹਿੰਦਾ ਹਾਂ। ਇਸ ਵਿੱਚ ਤਕਨੀਕਾਂ, ਸਟ੍ਰੈਟਜੀ ਤੇ ਫਾਰਮੂਲਿਆਂ ਦੀ ਲੋੜ ਹੁੰਦੀ ਹੈ। ਇਹ ਦਿਮਾਗ ਦਾ ਸੱਜਾ ਪਹਿਲੂ ਹੈ, ਯਾਨੀ ਰਚਨਾਤਮਕ ਜਾਂ ਕ੍ਰੀਏਟਿਵ ਪਹਿਲੂ। ਨੰਬਰ 3 ਹੈ ਬਾਜ਼ਾਰ ਦੀ ਸਮਝ, ਡਿਮਾਂਡ ਐਂਡ ਸਪਲਾਈ ਦਾ ਸਾਇੰਸ। ਬਾਜ਼ਾਰ ਦੇ ਤਕਨੀਕੀ ਪਹਿਲੂਆਂ ਨੂੰ ਜਾਣਨ ਦੀ ਲੋੜ ਹੈ, ਜਿਹੜੇ ਕਿ ਇਮੋਸ਼ਨਸ ਦੇ ਰਾਹੀਂ ਚਲਾਏ ਜਾਂਦੇ ਹਨ। ਬਾਜ਼ਾਰ ਦਾ ਦੂਜਾ ਤੱਤ ਨਿਵੇਸ਼ ਦੀ ਬੁਨਿਆਦੀ ਜਾਂ ਆਰਥਿਕ ਸਮਝ ਹੈ ਕਿ ਕਿਸ ਨਿਵੇਸ਼ 'ਚ ਸਮਝਦਾਰੀ ਹੈ ਜਾਂ ਵਰਤਮਾਨ ਬਾਜ਼ਾਰ ਦੀਆਂ ਪ੍ਰਸਥਿਤੀਆਂ ਦੇ ਹਿਸਾਬ ਨਾਲ ਇਹੋ ਜਿਹਾ ਕਰਨਾ ਨਾ ਸਮਝੀ ਹੈ। ਕਈ ਲੋਕ ਸੋਚਦੇ ਹਨ ਕਿ ਬਾਜ਼ਾਰ ਜਾਂ ਨਿਵੇਸ਼ ਦੀਆਂ ਧਾਰਨਾਵਾਂ ਬੱਚਿਆਂ ਨੂੰ ਸਮਝ ਨਹੀਂ ਆਉਣਗੀਆਂ ਕਿਉਂਕਿ ਇਹ ਗੁੰਝਲਦਾਰ ਹੁੰਦੀਆਂ ਹਨ। ਉਹ ਇਹ ਨਹੀਂ ਦੇਖ ਪਾਉਂਦੇ ਕਿ ਬੱਚੇ ਇਹਨਾਂ ਵਿਸ਼ਿਆਂ ਨੂੰ ਐਕਸਪੀਰੀਅੰਸ ਨਾਲ ਸਮਝ ਲੈਂਦੇ ਹਨ। ਜੋ ਲੋਕ ਐਲਮੋ ਡਾਲਜ਼ ਤੋਂ ਜਾਣੂ ਨਹੀਂ ਹਨ, ਉਹਨਾਂ ਵਾਸਤੇ ਇੱਕ ਸੀਸਮ ਸਟਰੀਟ ਕੈਰੈਕਟਰ ਸੀ।
ਜਿਸ ਨੂੰ ਕ੍ਰਿਸਮਸ ਦੇ ਪਹਿਲਾਂ ਬੱਚਿਆਂ 'ਚ ਬਹੁਤ ਪ੍ਰਚਾਰਿਆ ਗਿਆ ਸੀ। ਤਕਰੀਬਨ ਸਾਰੇ ਬੱਚੇ ਇਸ ਨੂੰ ਖਰੀਦਣਾ ਚਾਹੁੰਦੇ ਸਨ ਤੇ ਆਪਣੀ ਕ੍ਰਿਸਮਸ ਦੀ ਲਿਸਟ ਵਿੱਚ ਉਹਨਾਂ ਨੇ ਇਸ ਨੂੰ ਸਾਰਿਆਂ ਤੋਂ ਉੱਤੇ ਰੱਖਿਆ ਹੋਇਆ ਸੀ। ਪਰ ਕ੍ਰਿਸਮਸ ਦੇ ਲਈ ਇਸ ਦੀ ਮਸ਼ਹੂਰੀ ਕਰਨ ਤੋਂ ਬਾਅਦ ਜਦੋਂ ਇਹ ਬਾਜ਼ਾਰ ਤੋਂ ਗਾਇਬ ਹੋ ਗਈ ਤਾਂ ਕਈ ਲੋਕ ਇਹ ਸੋਚਣ ਲੱਗੇ ਕਿ ਕਿਤੇ ਕੰਪਨੀ ਨੇ ਜਾਣਬੁੱਝ ਕੇ ਤਾਂ ਇਸ ਨੂੰ ਬਾਜ਼ਾਰ 'ਚੋਂ ਗਾਇਬ ਨਹੀਂ ਕਰ ਦਿੱਤਾ। ਇਸ ਦੀ ਮੰਗ ਬੜੀ ਜ਼ਿਆਦਾ ਸੀ ਤੇ ਪੂਰਤੀ ਬਹੁਤ ਘੱਟ। ਇਸ ਕਾਰਨ ਬਾਜ਼ਾਰ ਵਿੱਚ ਭਗਦੜ ਤੇ ਹੜਬੜੀ ਦਾ ਮਾਹੌਲ ਬਣ ਗਿਆ। ਸਟੋਰਸ ਵਿੱਚ ਜਦੋਂ ਖਰੀਦਣ ਵਾਸਤੇ ਕੋਈ ਡਾਲ ਨਹੀਂ ਬਚੀ ਤਾਂ ਦੁਕਾਨਦਾਰਾਂ ਤੇ ਦੂਜੇ ਖਿਡੌਣੇ ਬਣਾਉਣ ਵਾਲਿਆਂ ਨੇ ਇਸ 'ਚ ਮੁਨਾਫਾ ਕਮਾਉਣ ਦਾ ਮੌਕਾ ਦੇਖਿਆ। ਜਿਨ੍ਹਾਂ ਨੂੰ ਇਹ ਡਾਲ ਨਹੀਂ ਸੀ ਮਿਲ ਪਾਈ ਉਹ ਅਭਾਗੇ ਮੰਮੀ ਡੈਡੀ ਕ੍ਰਿਸਮਸ ਲਈ ਕੋਈ ਦੂਜਾ ਖਿਡੌਣਾ ਖਰੀਦਣ ਲਈ ਮਜਬੂਰ ਹੋ ਗਏ। ਟਿਕਲ ਮੀ ਐਲਮੋ ਡਾਲ ਦੀ ਹੈਰਾਨੀਜਨਕ ਪ੍ਰਸਿੱਧੀ ਮੇਰੀ ਸਮਝ 'ਚ ਨਹੀਂ ਆਈ, ਪਰ ਇਹ ਮੰਗ ਤੇ ਪੂਰਤੀ ਦੇ ਅਰਥ ਸ਼ਾਸਤਰ ਦਾ ਵਧੀਆ ਉਦਾਹਰਣ ਹੈ। ਇਹੀ ਗੱਲ ਸਟਾਕ, ਬੌਂਡ, ਰੀਅਲ ਐਸਟੇਟ ਤੇ ਬੇਸਬਾਲ ਕਾਰਡਾਂ ਦੇ ਬਾਜ਼ਾਰਾਂ ਉੱਤੇ ਵੀ ਲਾਗੂ ਹੁੰਦੀ ਹੈ। ਨੰਬਰ 4 ਹੈ ਕਾਨੂੰਨ ਦੇ ਤੌਰ ਤਰੀਕਿਆਂ ਦੀ ਨੌਲੇਜ। ਪਰ ਅਕਾਊਂਟਿੰਗ, ਇਨਵੈਸਟਿੰਗ ਅਤੇ ਮਾਰਕੀਟਿੰਗ ਦੀ ਟੈਕਨੀਕਲ ਸਕਿੱਲਸ ਦੇ ਸਹਾਰੇ ਕਾਰਪੋਰੇਸ਼ਨ ਦਾ ਇਸਤੇਮਾਲ ਜ਼ਬਰਦਸਤ ਗਰੋਥ ਦੇ ਸਕਦਾ ਹੈ। ਕੋਈ ਵੀ ਆਦਮੀ ਜਿਸ ਨੂੰ ਕਾਰਪੋਰੇਸ਼ਨ ਵੱਲੋਂ ਦਿੱਤੇ ਜਾਣ ਵਾਲੇ ਟੈਕਸ ਬੈਨੀਫਿਟ ਅਤੇ ਸੁਰੱਖਿਆ ਦੀ ਨੌਲੇਜ ਹੋਵੇ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਤਰੱਕੀ ਕਰ ਸਕਦਾ ਹੈ ਅਤੇ ਅਮੀਰ ਬਣ ਸਕਦਾ ਹੈ, ਜਿਹੜੀ ਕਿਸੇ ਵਰਕਰ ਜਾਂ ਛੋਟੇ ਬਿਜ਼ਨਸ ਦੇ ਮਾਲਕ ਲਈ ਸੰਭਵ ਨਹੀਂ ਹੈ। ਇਸ ਵਿੱਚ ਓਨਾ ਹੀ ਫਰਕ ਹੁੰਦਾ ਹੈ ਜਿੰਨਾ ਪੈਦਲ ਚੱਲਣ ਵਾਲੇ ਜਾਂ ਉੱਡਣ ਵਾਲੇ ਵਿੱਚ। ਇਹ ਅੰਤਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਦੋਂ ਅਸੀਂ ਇਸ ਨੂੰ ਲੌਂਗ ਟਰਮ ਐਸੈਟਸ ਦੇ ਸੰਦਰਭਾਂ ਵਿੱਚ ਦੇਖਦੇ ਹਾਂ, ਜਿਵੇਂ ਕਿ ਟੈਕਸ ਲਾਭ। ਇੱਕ ਕਾਰਪੋਰੇਸ਼ਨ ਕਈ ਇਹੋ ਜਿਹੀਆਂ ਚੀਜ਼ਾਂ ਕਰ ਸਕਦਾ ਹੈ ਜਿਹੜਾ ਇੱਕ ਵਿਅਕਤੀ ਨਹੀਂ ਕਰ ਸਕਦਾ, ਜਿਵੇਂ ਕਿ ਇਹ ਟੈਕਸ ਦੇਣ ਤੋਂ ਪਹਿਲਾਂ ਖਰਚਾ ਕਰ ਸਕਦਾ ਹੈ। ਇਹ ਸਕਿੱਲ ਦਾ ਇੱਕ ਇਹੋ ਜਿਹਾ ਖੇਤਰ ਹੈ ਜਿਹੜਾ ਬਹੁਤ ਰੋਮਾਂਚਕ ਹੈ, ਪਰ ਇਸ ਵਿੱਚ ਅੰਦਰ ਵੜਨਾ ਤਦੋਂ ਤਾਈਂ ਲੋੜੀਂਦਾ ਨਹੀਂ ਹੁੰਦਾ ਜਦੋਂ ਤਾਈਂ ਤੁਹਾਡਾ ਬਿਜ਼ਨਸ ਜਾਂ ਸੰਪੱਤੀ ਬਹੁਤ ਵੱਡੀ ਨਾ ਹੋਵੇ। ਵਰਕਰ ਕਮਾਉਂਦੇ ਅਤੇ ਟੈਕਸ ਚੁਕਾਉਂਦੇ ਹਨ ਤੇ ਫਿਰ ਜਿਹੜਾ ਕੁਝ ਬਚਦਾ ਹੈ ਉਸ ਨਾਲ ਉਹ ਆਪਣਾ ਖਰਚਾ ਚਲਾਉਂਦੇ ਹਨ। ਇੱਕ ਕਾਰਪੋਰੇਸ਼ਨ ਕਮਾਉਂਦਾ ਹੈ, ਜਿੰਨਾ ਖਰਚ ਕਰ ਸਕਦਾ ਹੈ ਕਰਦਾ ਹੈ ਤੇ ਫਿਰ ਬਚੀ ਹੋਈ ਰਕਮ ਉੱਤੇ ਟੈਕਸ ਚੁਕਾਉਂਦਾ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਇੱਕ ਕਾਰਪੋਰੇਸ਼ਨ ਦੇ ਮਾਲਕ ਹੋ ਅਤੇ ਤੁਹਾਡਾ ਘੁੰਮਣ ਜਾਣ ਦਾ ਮਨ ਹੈ ਅਤੇ ਤੁਸੀਂ ਸਵਿਟਜ਼ਰਲੈਂਡ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਸਵਿਟਜ਼ਰਲੈਂਡ ਵਿੱਚ ਬੋਰਡ ਮੀਟਿੰਗ ਰੱਖ ਲੈਂਦੇ ਹੋ ਤਾਂ ਜੋ ਉਸ ਦਾ ਖਰਚਾ ਕੰਪਨੀ ਦੇਵੇ। ਕਾਰ ਦਾ ਪੇਮੈਂਟ, ਇੰਸ਼ੋਰੈਂਸ, ਰਿਪੇਅਰ ਵਗੈਰਾ ਕੰਪਨੀ ਖਰਚ ਵਿੱਚ ਪਾ ਦਿੱਤੇ ਜਾਂਦੇ ਹਨ। ਹੈਲਥ ਕਲੱਬ ਦੀ ਮੈਂਬਰਸ਼ਿਪ ਵੀ ਕੰਪਨੀ ਖਰਚਾ ਹੈ। ਜ਼ਿਆਦਾਤਰ ਰੈਸਟੋਰੈਂਟ ਡਿਨਰ ਵੀ ਅੰਸ਼ਿਕ ਖਰਚੇ ਹਨ ਅਤੇ ਹੋਰ ਵੀ ਇਹੋ ਜਿਹੇ ਬਹੁਤ ਸਾਰੇ ਖਰਚੇ ਜਿਹੜੇ ਟੈਕਸ ਚੁਕਾਉਣ ਤੋਂ ਪਹਿਲਾਂ ਕੀਤੇ ਜਾਂਦੇ ਹਨ। ਇਹ ਅਮੀਰਾਂ ਦੁਆਰਾ ਇਸਤੇਮਾਲ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਕਾਨੂੰਨੀ ਬਚਾਅ ਦਾ ਰਾਹ ਹੈ। ਇਹਨਾਂ ਨੂੰ ਬਣਾਉਣਾ ਸੌਖਾ ਹੈ ਅਤੇ ਕੋਈ ਬਹੁਤਾ ਜ਼ਿਆਦਾ ਮਹਿੰਗਾ ਵੀ ਨਹੀਂ ਹੈ, ਬਸ਼ਰਤੇ ਕਿ ਤੁਹਾਡੇ ਕੋਲ ਆਪਣੇ ਆਪ ਦੇ ਨਿਵੇਸ਼ ਹੋਣ ਜਾਂ ਤੁਸੀਂ ਇਸ ਨੂੰ ਚੰਗਾ ਕੈਸ਼ ਫਲੋ ਦੇ ਰਹੇ ਹੋਵੋ। ਅੱਗੇ ਆਉਂਦਾ ਹੈ ਕਾਨੂੰਨੀ ਮੁਕੱਦਮਿਆਂ ਤੋਂ ਸੁਰੱਖਿਆ। ਅਸੀਂ ਇੱਕ ਕਾਨੂੰਨੀ ਸਮਾਜ 'ਚ ਰਹਿ ਰਹੇ ਹਾਂ। ਹਰ ਵਿਅਕਤੀ ਤੁਹਾਡੇ ਤੋਂ ਫਾਇਦਾ ਚਾਹੁੰਦਾ ਹੈ। ਅਮੀਰ ਲੋਕ ਆਪਣੇ ਕ੍ਰੈਡਿਟਸ ਤੋਂ ਆਪਣੀ ਜ਼ਿਆਦਾਤਰ ਸੰਪੱਤੀ ਨੂੰ ਛੁਪਾਉਣ ਵਾਸਤੇ ਕਾਰਪੋਰੇਸ਼ਨਸ ਅਤੇ ਟਰਸਟ ਦਾ ਸਹਾਰਾ ਲੈਂਦੇ ਹਨ। ਜਦੋਂ ਵੀ ਕੋਈ ਕਿਸੇ ਅਮੀਰ ਆਦਮੀ ਉੱਤੇ ਦਾਅਵਾ ਠੋਕਦਾ ਹੈ ਤਾਂ ਉਸ ਨੂੰ ਇਹ ਪਤਾ ਚੱਲਦਾ ਹੈ ਕਿ ਉਹ ਕਾਨੂੰਨੀ ਕਵਚ ਤੋਂ ਘਿਰਿਆ ਹੋਇਆ ਹੈ ਤੇ ਦਰਅਸਲ ਉਸ ਅਮੀਰ ਆਦਮੀ ਕੋਲ ਕੋਈ ਸੰਪੱਤੀ ਹੈ ਹੀ ਨਹੀਂ। ਉਹ ਹਰ ਚੀਜ਼ ਤੇ ਕਾਬੂ ਰੱਖਦੇ ਹਨ ਪਰ ਉਹ ਕਿਸੇ ਚੀਜ਼ ਦੇ ਮਾਲਕ ਨਹੀਂ ਹੁੰਦੇ। ਗਰੀਬ ਅਤੇ ਮਿਡਲ ਕਲਾਸ ਲੋਕ ਹਰ ਚੀਜ਼ ਦੇ ਮਾਲਕ ਬਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸੇ ਲਈ ਜਦੋਂ ਉਹਨਾਂ ਤੇ ਦਾਅਵਾ ਠੋਕਿਆ ਜਾਂਦਾ ਹੈ ਤਾਂ ਉਹ ਸਰਕਾਰ ਜਾਂ ਆਪਣੇ ਸਾਥੀ ਨਾਗਰਿਕਾਂ ਦੇ ਹੱਥੋਂ ਆਪਣੀ ਸੰਪੱਤੀ, ਐਸੈਟਸ ਨੂੰ ਗੁਆ ਬੈਠਦੇ ਹਨ। ਉਹਨਾਂ ਨੇ ਰੋਬਿਨ ਹੁੱਡ ਦੀ ਕਹਾਣੀ ਤੋਂ ਇਹੀ ਸਿੱਖਿਆ ਹੈ ਕਿ ਅਮੀਰਾਂ ਤੋਂ ਵਸੂਲੋ ਤੇ ਗਰੀਬਾਂ ਵਿੱਚ ਵੰਡ ਦਿਓ। ਇਸ ਕਿਤਾਬ ਦਾ ਟੀਚਾ ਇਹ ਨਹੀਂ ਹੈ ਕਿ ਕਾਰਪੋਰੇਸ਼ਨ ਬਣਾਉਣ ਦਾ ਢੰਗ ਦੱਸਿਆ ਜਾਵੇ, ਪਰ ਮੈਂ ਜ਼ਰੂਰ ਕਹਾਂਗਾ ਕਿ ਜੇਕਰ ਤੁਹਾਡੇ ਕੋਲ ਕਿਸੇ ਤਰ੍ਹਾਂ ਦੀਆਂ ਲੀਗਲ ਪ੍ਰੋਪਰਟੀਜ਼ ਹਨ ਤਾਂ ਤੁਸੀਂ ਜਿੰਨੀ ਛੇਤੀ ਹੋ ਸਕੇ ਕਾਰਪੋਰੇਸ਼ਨ ਵੱਲੋਂ ਦਿੱਤੇ ਜਾਣ ਵਾਲੇ ਫਾਇਦਿਆਂ ਅਤੇ ਸੁਰੱਖਿਆ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣ ਲਵੋ। ਇਸ ਵਿਸ਼ੇ ਉੱਤੇ ਕਈ ਪੁਸਤਕਾਂ ਲਿਖੀਆਂ ਗਈਆਂ ਹਨ ਜੋ ਇਹਨਾਂ ਦੇ ਫਾਇਦਿਆਂ ਬਾਰੇ ਵਿਸਤਾਰ ਨਾਲ ਦੱਸਦੀਆਂ ਹਨ ਤੇ ਕਾਰਪੋਰੇਸ਼ਨ ਬਣਾਉਣ ਲਈ ਲੋੜੀਂਦੇ ਸਟੈਪਸ ਨੂੰ ਵੀ ਸਮਝਾਉਂਦੀਆਂ ਹਨ। ਇੱਕ ਹੋਰ ਪੁਸਤਕ ਖਾਸ ਤੌਰ ਤੇ ਬੜੀ ਚੰਗੀ ਹੈ, ਥਿੰਕ ਐਂਡ ਗਰੋ ਰਿਚ। ਇਹ ਪੁਸਤਕ ਕਾਰਪੋਰੇਸ਼ਨ ਦੀ ਤਾਕਤ ਦਾ ਬਾਖੂਬੀ ਵਰਣਨ ਕਰਦੀ ਹੈ। ਫਾਈਨੈਂਸ਼ੀਅਲ IQ ਦਰਅਸਲ ਕਈ ਸਕਿੱਲਸ ਅਤੇ ਕੁਆਲਿਟੀਜ਼ ਦਾ ਮੇਲ ਹੈ। ਮੈਂ ਤਾਂ ਇਹੀ ਕਹਾਂਗਾ ਕਿ ਇਹ ਉੱਤੇ ਦੱਸੀਆਂ ਗਈਆਂ 4 ਟੈਕਨੀਕਲ ਸਕਿੱਲਸ ਦਾ ਮੇਲ ਹੈ ਜਿਹੜਾ ਬੁਨਿਆਦੀ ਫਾਈਨੈਂਸ਼ੀਅਲ ਨੌਲੇਜ ਦਾ ਆਧਾਰ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਇਹਨਾਂ ਸਕਿੱਲਸ ਦੇ ਮੇਲ ਤੋਂ ਤੁਹਾਡਾ ਫਾਈਨੈਂਸ਼ੀਅਲ ਨੌਲੇਜ ਬਹੁਤ ਵੱਧ ਜਾਵੇਗਾ। ਅਤੇ ਸੰਖੇਪ ਵਿੱਚ ਅਸੀਂ ਇਸ ਤੋਂ ਇਹ ਸਿੱਖਿਆ ਕਿ ਕਾਰਪੋਰੇਸ਼ਨ ਦੇ ਮਾਲਕ ਜਾਂ ਅਮੀਰ ਲੋਕ ਪਹਿਲਾਂ ਪੈਸਾ ਕਮਾਉਂਦੇ ਹਨ, ਫਿਰ ਖਰਚ ਕਰਦੇ ਹਨ ਅਤੇ ਸਾਰਿਆਂ ਤੋਂ ਬਾਅਦ ਵਿੱਚ ਟੈਕਸ ਚੁਕਾਉਂਦੇ ਹਨ ਅਤੇ ਇਸ ਦੇ ਉਲਟ ਕਾਰਪੋਰੇਸ਼ਨਸ ਦੇ ਲਈ ਕੰਮ ਕਰਨ ਵਾਲੇ ਵਰਕਰ ਜਾਂ EMPLOYEES ਪਹਿਲਾਂ ਕਮਾਉਂਦੇ ਹਨ, ਫਿਰ ਟੈਕਸ ਚੁਕਾਉਂਦੇ ਹਨ ਅਤੇ ਫਾਈਨਲੀ ਬਚੇ ਹੋਏ ਪੈਸਿਆਂ ਨੂੰ ਖਰਚ ਕਰਦੇ ਹਨ। ਤੁਹਾਡੀ ਸੰਪੂਰਨ ਫਾਈਨੈਂਸ਼ੀਅਲ ਰਣਨੀਤੀ ਦੇ ਲਈ ਅਸੀਂ ਤੁਹਾਡੀ ਸੰਪੱਤੀ, ਐਸੈਟਸ ਦੇ ਚਾਰੇ ਪਾਸੇ ਕਾਰਪੋਰੇਸ਼ਨ ਦਾ ਕਵਚ ਲਪੇਟਣ ਦੀ ਬਹੁਤ ਜ਼ਿਆਦਾ ਸਲਾਹ ਦਿੰਦੇ ਹਾਂ। ਧੰਨਵਾਦ।
ਤਾਂ ਦੋਸਤੋ ਇਸ ਦੇ ਨਾਲ ਹੀ ਚੌਥਾ ਸਬਕ ਖਤਮ ਹੁੰਦਾ ਹੈ। ਤਾਂ ਫਿਰ ਬਹੁਤ ਜਲਦੀ ਮਿਲਦੇ ਹਾਂ 5ਵੇਂ ਸਬਕ ਦੇ ਨਾਲ। ਤਦ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ।